ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡਾਉਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ। ਚੰਦਨ ਵਾਸ ਵਣਾਸਪਤ, ਸਭ ਚੰਦਨ ਹੋਵੈ। ਅਸ਼ਟ ਧਾਤ ਇਕ ਧਾਤ ਹੋਏ, ਸੰਗ ਪਾਰਸ ਢੋਵੈ। ਨਦੀਆਂ ਨਾਲੇ ਵਾਹੜੈ, ਮਿਲ ਗੰਗ ਗੰਗੋਵੈ। ਪਤਿਤ ਉਧਾਰਨ ਸਾਧੂ ਸੰਗ, ਪਾਪਾਂ ਮਲ ਧੋਵੈ। ਨਰਕ ਨਿਵਾਰ ਅਸੰਖ ਹੋਏ, ਲਖ ਪਤਿਤ ਸੰਗੋਵੈ। ਆਪੇ ਆਪ ਵਰਤਦਾ, ਗੁਰਮੁਖ ਅਲੋਵੈ। ਆਪੇ ਆਪ ਵਰਤਦਾ, ਗੁਰਮੁਖ ਅਲੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ ਹਜ਼ੂਰ ਦਾਤਾਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ, ਗੁਰੂ ਰਹਿਮਤ ਦੇ ਨਾਲ ਦੂਸਰੀ ਪਾਵਨ ਵਾਰ ਦੀਆਂ 15 ਪੌੜੀਆਂ ਪਿਛਲੇ ਦਿਨੀ ਆਪਾਂ ਸਰਵਣ ਕੀਤੀਆਂ ਨੇ। 16ਵੀਂ ਪਾਵਨ ਪੌੜੀ ਪਾਠ ਰੂਪ ਵਿੱਚ ਸਰਵਣ ਕੀਤੀ ਹੈ। ਸੋ ਆਓ ਗੁਰੂ ਆਸੀਸ ਦੇ ਸਦਕਾ ਇਸ ਪਾਵਨ ਰਚਨਾ ਦੀ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੀਏ, ਹਜ਼ੂਰ ਸਤਿਗੁਰੂ ਤਰਸ ਕਰਿਓ, ਆਪ ਕੁਝ ਕਹਿਣ ਸੁਣਨ ਦੀ ਸੋਝੀ ਸਮਰੱਥਾ ਬਖਸ਼ਿਓ। ਆਓ ਸਾਹਿਬ ਦੀ ਅਸੀਸ ਲਓ। ਸਰਵਣ ਕਰ ਰਹੇ ਹੋ, ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਰੀਬ ਨਵਾਜ ਪਾਤਸ਼ਾਹ ਨੇ ਕਿਰਪਾ ਕੀਤੀ। ਪਿਛਲੀਆਂ ਪੌੜੀਆਂ ਦੇ ਅੰਦਰ ਭਾਈ ਸਾਹਿਬ ਜੀ ਨੇ ਜੋ ਸਰਵਣ ਕਰਵਾਇਆ ਹੈ, ਜੋ ਸਿਧਾਂਤ ਪੇਸ਼ ਕੀਤਾ ਹੈ, ਉਹ ਕਰਤਾ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਜੋ ਅਦੁੱਤੀ ਹੈ। ਕਈ ਉਦਾਹਰਨਾਂ ਦੇ ਨਾਲ ਉਹਦੇ ਇੱਕ ਸਰੂਪ ਨੂੰ, ਉਹਦੀ ਸਰਬ ਵਿਆਪਕਤਾ ਨੂੰ ਭਾਈ ਗੁਰਦਾਸ ਜੀ ਨੇ ਵਰਣਨ ਕੀਤਾ। ਭਾਵ ਕਿਤੇ ਗਾਵਾਂ ਦਾ ਦ੍ਰਿਸ਼ਟਾਂਤ ਦਿੱਤਾ ਕਿ ਗਾਂ ਰੰਗ ਬਰੰਗ ਦੀ ਹੈ, ਪਰ ਦੁੱਧ ਜਿਹੜਾ ਉਹ ਉਜਲ ਹੈ। ਫਿਰ ਦ੍ਰਿਸ਼ਟਾਂਤ ਦਿੱਤਾ ਸੂਰਜ ਦੇ ਅੰਦਰ ਘੜੀਆਂ, ਪਲ, ਮੂਰਤ, ਖਿਨ, ਚਸੇ ਸਾਰਾ ਕੁਝ ਹੈ, ਪਰ ਸੂਰਜ ਏਕੋ, ਰੁੱਤ ਅਨੇਕ। ਸੋ ਉਸ ਤੋਂ ਬਾਅਦ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਪਾਣੀ ਹੈ, ਉਸ ਤੋਂ ਬਾਅਦ ਜਿਵੇਂ ਅੱਗ ਹੈ। ਅੱਗ ਕਿਸੇ ਵੀ ਪ੍ਰਕਾਰ ਦੀ ਲੱਕੜ ਹੋਵੇ, ਅੱਗ ਦਾ ਰੰਗ ਜਿਹੜਾ ਉਹ ਇੱਕ ਹੈ। ਫੁੱਲਾਂ ਦੇ ਅੰਦਰ ਸੁਗੰਧੀ, ਟਾਹਣੀਆਂ ਦੇ ਵਿੱਚ, ਫੁੱਲ ਦੇ ਵਿੱਚ, ਫਲਾਂ ਦੇ ਵਿੱਚ, ਪੱਤਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਹੈ। ਸੋ ਇਸੇ ਤਰ੍ਹਾਂ ਅੱਜ ਵੀ ਇੱਕ ਦ੍ਰਿਸ਼ਟਾਂਤ ਦਿੰਦੇ ਨੇ, ਪਰ ਅੱਜ ਦਾ ਜੋ ਦ੍ਰਿਸ਼ਟਾਂਤ ਹੈ ਉਹ ਭਲੀ ਸੰਗਤ, ਸ਼ੁਭ ਗੁਣਾਂ ਦੀ ਸੰਗਤ, ਸਤਿਪੁਰਖਾਂ ਦੀ ਸੰਗਤ ਵੱਲ ਇਸ਼ਾਰਾ ਕਰਦਾ ਹੈ। ਸੋ ਜ਼ਿਕਰ ਕਰਦੇ ਨੇ ਚੰਦਨ ਵਾਸ ਵਣਾਸਪਤ, ਸਭ ਚੰਦਨ ਹੋਵੈ। 16ਵੀਂ ਪਾਵਨ ਪੌੜੀ 'ਚ ਜ਼ਿਕਰ ਕਰਦੇ ਕਿ ਚੰਦਨ ਦੀ ਵਾਸ਼ਨਾ ਦੇ ਨਾਲ ਸਾਰੀ ਵਨਸਪਤੀ ਜੋ ਵੀ ਚੰਦਨ ਦੇ ਨੇੜੇ ਹੈ, ਸਭ ਚੰਦਨ ਹੋਵੈ। ਉਹ ਸਾਰੀ ਜਿਹੜੀ ਉਹ ਚੰਦਨ ਹੋ ਜਾਂਦੀ ਹੈ। ਪਰ ਇੱਕ ਗੱਲ ਜ਼ਰੂਰ ਇੱਥੇ ਸਪਸ਼ਟ ਹੈ, ਕਿਉਂਕਿ ਸਾਹਿਬ ਬਾਣੀ ਦੇ ਅੰਦਰ ਵੀ ਵਾਰ-ਵਾਰ ਜ਼ਿਕਰ ਕਰਦੇ ਨੇ ਕਿ ਇੱਕ ਐਸਾ ਰੁੱਖ ਹੈ ਜਿਹੜਾ ਸਾਰੀ ਜ਼ਿੰਦਗੀ ਵੀ ਚੰਦਨ ਦੇ ਨਾਲ ਰਹੇ, ਪਰ ਉਹਦੇ ਵਿੱਚੋਂ ਸੁਗੰਧੀ ਨਹੀਂ ਆਉਂਦੀ। ਭਗਤ ਕਬੀਰ ਜੀ ਨੇ ਬਚਨ ਕਹੇ ਕਿ ਕਬੀਰ ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਕਿ ਜਿਹੜਾ ਬਾਂਸ ਹੈ ਉਹ ਭਾਵੇਂ ਚੰਦਨ ਦੇ ਬਿਲਕੁਲ ਮੁੱਢ ਦੇ ਨਾਲ ਉੱਗਿਆ ਹੋਵੇ, ਪਰ ਬਾਂਸ ਸੁਗੰਧ ਨਾ ਹੋਏ, ਉਹਦੇ ਵਿੱਚੋਂ ਸੁਗੰਧੀ ਨਹੀਂ ਆ ਸਕਦੀ। ਕਾਰਨ ਉਹਦੇ ਕਈ ਕਾਰਨ ਹਨ। ਉਹਦਾ ਆਪਣਾ ਉੱਚਾਪਣ, ਉਹਦਾ
ਉੱਪਰਲਾ ਪਰਤ ਜਿਹੜੀ ਹੈ ਉਹ ਚਿਕਨਾਹਟ ਨਾਲ ਭਰੀ, ਉਹ ਇੰਜ ਕਹਿ ਦਈਏ ਉਹਦੀ ਚਮਕ ਦਮਕ, ਇਹ ਸਾਰੇ ਕਾਰਨ ਹਨ। ਇਸੇ ਕਰਕੇ ਭਗਤ ਜੀ ਨੇ ਬਾਣੀ ਅੰਦਰ ਇੰਜ ਵੀ ਸਮਝਾਇਆ, ਕਬੀਰ ਸਾਚਾ ਸਤਿਗੁਰ ਕਿਆ ਕਰਹਿ, ਜੋ ਸਿੱਖਾਂ ਮਹਿ ਝੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਵਜਾਈਐ ਫੂਕ। ਕਿ ਪੂਰਾ ਗੁਰੂ ਉੱਥੇ ਕੀ ਕਰ ਸਕਦਾ ਹੈ ਜੇ ਸਿੱਖ ਦੇ ਅੰਦਰ ਹੀ ਕੋਈ ਜਿਗਿਆਸਾ ਜਾਂ ਸਿੱਖ ਦੇ ਅੰਦਰ ਕਮਾਈ ਜਾਂ ਸਿੱਖ ਦੀ ਇੱਛਾ ਨਾ ਹੋਵੇ ਕੁਝ ਕਰਨ ਦੀ, ਜਾਂ ਇੰਜ ਕਹਿ ਲਈਏ ਸਿੱਖ ਦੇ ਅੰਦਰ ਹੀ ਔਗਣ ਹੋਵਣ। ਜਾਂ ਕਈ ਪੱਖ ਹਨ ਇਹਦੇ। ਭਾਵ ਇਹ ਹੈ ਕਿ ਜਿਵੇਂ ਬਾਂਸ ਦਾ ਰੁੱਖ ਸਾਰੀ ਜ਼ਿੰਦਗੀ ਵੀ ਚੰਦਨ ਦੇ ਕੋਲ ਰਹੇ, ਚੰਦਨ ਕੁਝ ਨਹੀਂ ਕਰ ਸਕੇਗਾ। ਸੋ ਇਸੇ ਤਰ੍ਹਾਂ ਅੱਜ ਜੋ ਸਮਝਾਉਂਦੇ ਨੇ ਭਾਈ ਸਾਹਿਬ ਜੀ, ਉਹ ਇਹ ਭਾਵ ਅਰਥ ਹੈ ਕੇਵਲ ਕਿ ਚੰਦਨ ਦੇ ਕੋਲ ਰਹਿਣ ਵਾਲੀ ਸਾਰੀ ਬਨਸਪਤੀ ਜਿਹੜੀ ਹੈ ਉਹ ਚੰਦਨ ਦਾ ਰੂਪ ਧਾਰਨ ਕਰਦੀ ਹੈ। ਅਸ਼ਟ ਧਾਤ ਇੱਕ ਧਾਤ ਹੋਏ, ਸੰਗ ਪਾਰਸ ਢੋਵੈ। ਤੇ 8 ਧਾਤਾਂ ਜਿਹੜੀਆਂ ਨੇ ਉਹਦੇ ਵਿੱਚ ਲੋਹਾ, ਤਾਂਬਾ, ਜਿਸਤ ਆਦਿਕ ਜਿਹੜੀਆਂ ਨੇ, ਇਹ ਜਦੋਂ ਪਾਰਸ ਢੋਵੈ ਸੰਗ, ਜਦੋਂ ਪਾਰਸ ਦਾ ਸੰਗ ਪ੍ਰਾਪਤ ਕਰਦੀਆਂ ਨੇ, ਪਾਰਸ ਦਾ ਸੰਗ ਪ੍ਰਾਪਤ ਕਰਕੇ, ਤਾਂ ਭਾਈ ਸਾਹਿਬ ਕਹਿੰਦੇ ਅਸ਼ਟ ਧਾਤ ਇੱਕ ਧਾਤ ਹੋਏ, ਇੱਕ ਧਾਤ ਬਣ ਜਾਂਦੀ। ਕਿਉਂਕਿ ਸੋਨਾ ਵੀ ਇੱਕ ਧਾਤ ਹੈ, ਤਾਂ ਪਿੱਤਲ, ਤਾਂਬਾ, ਲੋਹਾ, ਜਿਸਤ ਆਦਿਕ ਜੋ ਵੀ ਹੈ, ਇਹ ਜਿਵੇਂ ਪਾਰਸ ਦੀ ਸੰਗਤ ਕਰਦੇ ਨੇ, ਇਹ ਸੋਨਾ ਰੂਪੀ ਧਾਤ ਦਾ ਰੂਪ ਧਾਰਨ ਕਰ ਲੈਂਦੇ ਹਨ। ਨਦੀਆਂ ਨਾਲੇ ਵਾਹੜੈ, ਮਿਲ ਗੰਗ ਗੰਗੋਵੈ। ਫਿਰ ਨਦੀਆਂ, ਹੋਰ ਜਿਤਨੇ ਵੀ ਨਾਲੇ ਆਦਿਕ ਹਨ, ਉਹ ਜਦੋਂ ਗੰਗਾ ਦੇ ਵਿੱਚ ਆ ਕਰਕੇ ਪੈਂਦੇ ਨੇ, ਵਾਹੜੇ ਨਿੱਕੇ ਨਾਲੇ ਜਿਹੜੇ ਨੇ, ਗੰਗ ਗੰਗੋਵੈ, ਗੰਗੋਵੈ ਭਾਵ ਉਹ ਗੰਗਾ ਦਾ ਰੂਪ ਹੋ ਜਾਂਦੇ ਨੇ। ਜਿਸ ਤਰ੍ਹਾਂ ਪਟਨਾ ਸਾਹਿਬ ਜੀ ਤੋਂ ਪਿੱਛੇ ਜੋ ਇਲਾਹਾਬਾਦ ਨਗਰ ਹੈ, ਜਿਸ ਦੇ ਪ੍ਰਥਾਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪਣੀ ਪਾਵਨ ਰਚਨਾ 'ਚ ਕਹਿੰਦੇ, ਜਬ ਹਮ ਜਾਤ ਤਿਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਦਏ। ਕਿ ਉਸ ਤਿਰਬੇਣੀ ਸੰਗਮ 'ਤੇ ਜਦੋਂ ਸਾਡੇ ਮਾਤਾ ਪਿਤਾ ਜੀ ਆਏ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ, ਫਿਰ ਸਾਡੇ ਮਾਤਾ ਗੁਜਰੀ ਜੀ, ਜਿਵੇਂ ਉੱਥੇ ਆਏ, ਉਹਨਾਂ ਨੇ ਪੁੰਨ ਦਾਨ ਦਿਨ ਕਰਤ ਬਿਤਾਏ। ਫਿਰ ਉੱਥੇ ਉਹਨਾਂ ਨੇ ਪੁੰਨ ਦਾਨ, ਭਜਨ ਬੰਦਗੀ, ਸੇਵਾ ਸਿਮਰਨ ਦੇ ਪ੍ਰਵਾਹ ਚਾਲੂ ਕੀਤੇ। ਸੋ ਇਸ ਤਰ੍ਹਾਂ ਦੁਨੀਆ ਦਾ ਭਲਾ ਕੀਤਾ, ਅਕਾਲ ਪੁਰਖ ਪਰਮੇਸ਼ਰ ਨੂੰ ਅਰਾਧਿਆ। ਉਸ ਇਲਾਹਾਬਾਦ ਦੀ ਧਰਤੀ 'ਤੇ ਅਸੀਂ ਮਾਤ ਗਰਭ ਦੇ ਵਿੱਚ ਆਉਣਾ ਕੀਤਾ। ਸੋ ਮੈਂ ਜ਼ਿਕਰ ਕਰਾਂ, ਉਸ ਧਰਤੀ ਨੂੰ ਤਿਰਬੇਣੀ ਜਾਂ ਸੰਗਮ ਵੀ ਕਿਹਾ ਜਾਂਦਾ ਹੈ। ਤਿਰਬੇਣੀ ਭਾਵ 3 ਨਦੀਆਂ ਉੱਥੇ ਇਕੱਤਰਿਤ ਹੁੰਦੀਆਂ ਨੇ। ਸੰਗਮ ਵੀ ਕਹਿੰਦੇ 3 ਨਦੀਆਂ ਦਾ ਸੰਗਮ ਹੈ, ਸੁਮੇਲ ਹੈ ਉੱਥੇ। ਜਦੋਂ ਦੇਖਦੇ ਹਾਂ ਤਾਂ ਇੱਕ ਪਾਸੇ ਤੋਂ ਗੰਗਾ ਨਦੀ ਆ ਰਹੀ ਹੈ, ਇੱਕ ਪਾਸੇ ਤੋਂ ਜਮਨਾ ਨਦੀ ਆ ਰਹੀ ਹੈ, ਦੋਨੇ ਆ ਕੇ ਮਿਲਦੀਆਂ ਨੇ। ਉਸ ਤੋਂ ਬਾਅਦ ਜੋ ਉਹਨਾਂ ਦੀ ਭਾਵਨਾ ਕਹਿੰਦੀ, ਗੁਪਤ ਰੂਪ ਦੇ ਅੰਦਰ ਸਰਸਵਤੀ ਨਦੀ ਜਿਹੜੀ ਉਹ ਵਿੱਚ ਮਿਲਦੀ ਹੈ। ਜਦੋਂ ਇੱਕਦਮ ਉਸ ਘੁੰਮਣ ਘੇਰੀ ਤੋਂ ਅੱਗੇ ਪਾਣੀ ਦੇਖਦੇ ਹਾਂ ਤੇ 3 ਰੰਗ ਦਾ ਪਾਣੀ ਹੈ, ਪਰ ਉਸ ਤੋਂ ਅੱਗੇ ਆ ਕਰਕੇ ਉਹ ਸਾਰਾ ਜਿਹੜਾ ਉਹ ਗੰਗਾ ਦਾ ਰੂਪ ਧਾਰਨ ਕਰਦਾ। ਸੰਗਮ ਤੋਂ ਅੱਗੇ ਜਦੋਂ ਵੀ ਕਿਸੇ ਨੂੰ ਪੁੱਛੋ, ਉਹ ਇਹ ਨਹੀਂ ਕਹੇਗਾ ਜਮਨਾ ਜਾ ਰਹੀ ਹੈ, ਸਰਸਵਤੀ ਜਾ ਰਹੀ, ਉਹ ਕਹੇਗਾ ਗੰਗਾ ਲੰਘ ਰਹੀ ਹੈ। ਉਹੀ ਗੰਗਾ ਫਿਰ ਜਦੋਂ ਪਟਨਾ ਸਾਹਿਬ ਦੀ ਧਰਤੀ ਤੋਂ ਲੰਘਦੀ, ਪਿੱਛੋਂ 3 ਦਾ ਸੁਮੇਲ ਹੈ, ਪਰ ਇੱਥੇ ਉਹਨੂੰ ਗੰਗਾ ਹੀ ਕਿਹਾ ਜਾਂਦਾ ਹੈ। ਰਾਹ ਦੇ ਵਿੱਚ ਬੜੇ ਨਾਲੇ ਆਦਿਕ ਉਹਦੇ ਵਿੱਚ ਪੈਂਦੇ ਨੇ, ਪਰ ਸਾਰੇ ਉਸ ਗੰਗਾ ਦਾ ਰੂਪ ਹੋ ਜਾਂਦੇ ਨੇ। ਇਸੇ ਲਈ ਭਗਤ ਕਬੀਰ ਜੀ ਦਾ ਜਦੋਂ ਬਚਨ ਪੜ੍ਹਦੇ ਹਾਂ ਤੇ ਭਗਤ ਜੀ ਇੱਕ ਬਚਨ ਕਹਿੰਦੇ ਨੇ ਕਿ ਜੋ ਕਬੀਰ ਜੀ ਕਹਿੰਦੇ ਕਿ ਸਾਧੂਆਂ ਦੀ ਸੰਗਤ, ਸਤਿਪੁਰਖਾਂ ਦੀ ਸੰਗਤ ਕਰਨ ਦੇ ਨਾਲ ਮੇਰੇ ਜੀਵਨ ਵਿੱਚ ਵੀ ਇੱਕ ਬਦਲਾਵ ਆਇਆ। ਇਹੀ ਉਦਾਹਰਨਾਂ ਜੋ ਭਗਤ ਕਬੀਰ ਜੀ ਨੇ ਦਿੱਤੀਆਂ, ਭਾਈ ਗੁਰਦਾਸ ਜੀ ਉਹਨਾਂ ਨੂੰ ਕੋਟ ਕਰਦੇ ਨੇ ਇੱਥੇ। ਭਗਤ ਕਬੀਰ ਜੀ ਦੇ ਬਚਨ ਜਦੋਂ ਪੜ੍ਹਦੇ ਹਾਂ, ਕਹਿੰਦੇ ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਕਿ ਜਦੋਂ ਚੰਦਨ ਦੀ ਸੰਗਤ ਜਿਹੜੀ ਸੀ, ਉਹ ਇੱਕ ਤਰਵਰ, ਇੱਕ ਆਮ ਸਧਾਰਨ ਕੌੜੇ ਨਿੰਮ ਵਰਗੇ ਰੁੱਖ ਨੇ ਵੀ ਕੀਤੀ, ਸੋ ਤਰਵਰ ਚੰਦਨ ਹੋਏ ਨਿਬਰਿਓ, ਉਹਨੇ ਚੰਦਨ ਦਾ ਰੂਪ ਧਾਰਨ ਕਰ ਲਿਆ। ਫਿਰ ਇਸ ਤਰ੍ਹਾਂ ਵੀ ਉਦਾਹਰਨ ਦਿੰਦੇ ਕਿ ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਕਿ ਪਾਰਸ ਦੀ ਸੰਗਤ ਇੱਕ ਸਧਾਰਨ ਜੇ ਤਾਂਬੇ ਨੇ ਕੀਤੀ, ਉਹ ਤਾਂਬਾ ਵੀ ਸ਼ੁੱਧ ਸੋਨਾ ਬਣ ਗਿਆ। ਇਸੇ ਤਰ੍ਹਾਂ ਗੰਗਾ ਕੈ ਸੰਗ ਸਲਿਤਾ ਬਿਗਰੀ, ਸੋ ਸਲਿਤਾ ਗੰਗਾ ਹੋਈ ਨਿਬਰੀ। ਕਿ ਗੰਗਾ ਦਾ ਸੰਗ ਜਿਹੜਾ ਇੱਕ ਸਧਾਰਨ ਜਿਹੀ ਨਦੀ ਨੇ ਕੀਤਾ, ਤੇ ਉਹ ਵੀ ਨਦੀ ਜਿਹੜੀ ਗੰਗਾ ਦਾ ਰੂਪ ਧਾਰਨ ਕਰ ਗਈ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਈ ਨਿਬਰਿਓ। ਕਹਿੰਦੇ ਮੈਂ ਵੀ ਸੰਗ ਕੀਤਾ ਹੈ ਸਾਧੂਆਂ ਦਾ, ਮੇਰੇ ਵਿੱਚ ਕੀ ਬਦਲਾਵ ਆਇਆ, ਸੋ ਕਬੀਰ ਰਾਮੈ ਹੋਏ ਨਿਬਰਿਓ। ਮੈਂ ਪਰਮੇਸ਼ਰ ਦਾ ਰੂਪ ਹੋ ਗਿਆ, ਮੈਂ ਸਾਧੂ ਹੋ ਗਿਆ, ਮੈਂ ਬ੍ਰਹਮ ਰੂਪ ਹੋ ਗਿਆ।
ਸੋ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਵੀ ਇੱਥੇ ਦ੍ਰਿਸ਼ਟਾਂਤ ਦਿੰਦੇ ਨੇ ਤਿੰਨਾਂ ਦਾ। ਫਿਰ ਕਹਿੰਦੇ ਪਤਿਤ ਉਦਾਹਰਣ ਸਾਧ ਸੰਗ ਪਾਪਾਂ ਮਲ ਧੋਵੈ। ਜਿਹੜੀ ਸਾਧੂਆਂ ਦੀ ਸੰਗਤ ਹੈ, ਸਤਪੁਰਖਾਂ ਦੀ ਸੰਗਤ ਹੈ, ਜੋ ਪੂਰੇ ਗੁਰੂ ਦੀ ਸੰਗਤ ਹੈ, ਇਹ ਪਾਪੀਆਂ ਦਾ ਉਧਾਰ ਕਰਨ ਵਾਲੀ ਹੈ ਅਤੇ ਪਾਪਾਂ ਦੀ ਜਿਹੜੀ ਮੈਲ ਹੈ, ਪਾਪਾਂ ਮਲ ਧੋਵੈ, ਉਸ ਮੈਲ ਨੂੰ ਧੋਣ ਵਾਲੀ ਹੈ। ਨਰਕ ਨਿਵਾਰ ਅਸੰਖ ਹੋਏ ਲਖ ਪਤਿਤ ਸੰਗੋਵੈ। ਤੇ ਅਨੇਕਾਂ ਪਤਿਤ ਜਿਹੜੇ ਹਨ ਉਹਨਾਂ ਨੂੰ ਲਖ ਦੇਖਣ ਦੇ ਨਾਲ ਹੀ ਗੁਰੂ ਕੀ ਸੰਗਤ ਜਿਹੜੀ ਹੈ ਉਹਨਾਂ ਪਤਿਤਾਂ ਨੂੰ ਪਾਵਨ ਕਰ ਦਿੰਦੀ ਹੈ। ਗੁਰੂ ਕੇ ਪਿਆਰਿਆਂ ਦੀ ਦ੍ਰਿਸ਼ਟੀ ਜਿਹੜੀ ਹੈ, ਉਹਨਾਂ ਜਿਹੜੇ ਪਤਿਤ ਲੋਕ ਨੇ ਉਹਨਾਂ ਦੇ ਸਿਰ ਤੋਂ ਨਰਕ ਜਿਹੜੇ ਹਨ, ਦੁੱਖ ਜਿਹੜੇ ਹਨ, ਨਰਕਾਂ ਦੇ ਭਿਆਨਕ ਜਮਾ ਦਾ ਦੰਡ ਜਿਹੜਾ ਉਹ ਹਟ ਜਾਂਦਾ ਹੈ। ਸੰਗੋਵੈ ਭਾਵ ਸੰਗਤ ਦੇ ਨਾਲ ਹੀ ਉਹਨਾਂ ਦੀ ਅਸੰਖ ਪਾਪੀ ਜਿਹੜੇ ਉਹਨਾਂ ਦੇ ਸਿਰ ਤੋਂ ਨਰਕਾਂ ਦਾ ਭੈ, ਡਰ, ਦੁੱਖ ਜਿਹੜਾ ਹਟਦਾ। ਜਦੋਂ ਅਸੀਂ ਭਾਈ ਸਾਹਿਬ ਜੀ ਦੀਆਂ ਅਗਲੀਆਂ ਵਾਰਾਂ ਵਿੱਚ ਪੜ੍ਹਾਂਗੇ ਤਾਂ ਉੱਥੇ ਭਗਤ ਵੱਡਾ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਜਦੋਂ ਰਾਜੇ ਜਨਕ ਦਾ ਵੀ ਦ੍ਰਿਸ਼ਟਾਂਤ ਪੜ੍ਹਦੇ ਹਾਂ ਅਲੱਗ-ਅਲੱਗ ਗ੍ਰੰਥਾਂ ਦੇ ਅੰਦਰ ਵੀ, ਤਾਂ ਇਹ ਜ਼ਿਕਰ ਆਉਂਦਾ ਹੈ ਕਿ ਰਾਜਾ ਜਨਕ ਜਦੋਂ ਨਰਕਾਂ ਦੇ ਕੋਲੋਂ ਲੰਘਦਾ ਹੈ, ਹਾਏ ਹਾਏ ਦੀਆਂ ਆਵਾਜ਼ਾਂ, ਚੀਕਾਂ, ਉਹਨਾਂ ਲੋਕਾਂ ਦੀਆਂ ਪੁਕਾਰਾਂ ਸੁਣਦਾ ਹੈ। ਨਰਕ ਦੇ ਵਿੱਚ ਗਿਆ, ਤੜਫਦੇ ਹੋਏ ਲੋਕਾਂ ਨੂੰ ਵੇਖ ਕੇ ਜਦੋਂ ਆਪਣੇ ਨਾਲ ਦੇ ਜਮਾਂ ਨੂੰ ਪੁੱਛਿਆ, ਜਿਹੜੇ ਨਾਲ ਸਾਥੀ ਜਾ ਰਹੇ ਸਨ, ਜਿਨ੍ਹਾਂ ਦੇ ਨਾਲ ਪਰਲੋਕ ਨੂੰ ਜਾ ਰਹੇ ਸੀ ਰਾਜਾ ਜਨਕ ਜੀ, ਜੋ ਦੇਵਗਣ ਸਨ, ਖੈਰ ਮਾਫ ਕਰਨਾ, ਉਹਨਾਂ ਨੂੰ ਪੁੱਛਿਆ ਕਿ ਇਹ ਲੋਕ ਛੁੱਟਣਗੇ ਕਿਵੇਂ। ਤੇ ਸ਼ਬਦ ਕਿਹਾ ਗਿਆ, ਤੁਸੀਂ ਆਪਣੀ ਜ਼ਿੰਦਗੀ ਦੀ ਜੋ ਸਿਮਰਨ ਸਾਧਨਾ ਉਹਦੇ 'ਚੋਂ ਇੱਕ ਘੜੀ ਦਾ ਸਿਮਰਨ ਦੇ ਦਿਓ ਤੇ ਸਾਰੇ ਜੀਵ ਛੁੱਟ ਜਾਣਗੇ। ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦਾ ਸਿਮਰਨ ਮਾਤਰ ਦਿੱਤਾ ਤੇ ਸਾਰੇ ਨਰਕ ਜਿਹੜੇ ਸੀ ਰਾਜੇ ਜਨਕ ਨੇ ਖਾਲੀ ਕਰ ਦਿੱਤੇ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਵੀ ਇੱਥੇ ਕਹਿੰਦੇ ਨੇ ਕਿ ਸਤਪੁਰਖਾਂ ਦੀ ਸੰਗਤ, ਗੁਰੂ ਦੀ ਸੰਗਤ ਜਿਹੜੀ ਹੈ ਉਹ ਪਾਪੀਆਂ ਦੇ ਸਿਰ ਤੋਂ ਨਰਕਾਂ ਦਾ ਦੁੱਖ, ਭੈ, ਡਰ, ਸਜ਼ਾ ਜਿਹੜੀ ਹੈ ਉਹਨੂੰ ਤੋੜ ਦਿੰਦੀ ਹੈ, ਟਾਲ ਦਿੰਦੀ ਹੈ, ਕੱਟ ਦਿੰਦੀ ਹੈ। ਆਪੇ ਆਪ ਵਰਤਦਾ ਗੁਰਮੁਖ ਅਲੋਵੈ। ਤੇ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਆਪ ਹੀ ਆਪ ਸਾਰੇ ਪਾਸੇ ਵਰਤਦਾ ਹੈ, ਪਰ ਉਹਨੂੰ ਕੇਵਲ ਗੁਰਮੁਖ ਅਲੋਵੈ। ਜੋ ਗੁਰਮੁਖ ਪਿਆਰੇ ਹਨ, ਜੋ ਸਤਪੁਰਖ ਹਨ, ਜੋ ਸਾਧੂ ਪੁਰਖ ਹਨ, ਜੋ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪਿਆਰ ਕਰਨ ਵਾਲੇ, ਉਹ ਫਿਰ ਉਹਨੂੰ ਅਲੋਵੈ, ਕਣ ਕਣ ਦੇ ਅੰਦਰ, ਘਟ ਘਟ ਦੇ ਅੰਦਰ ਉਸ ਸਰਬ ਵਿਆਪਕ ਅਕਾਲ ਪੁਰਖ ਪਰਮੇਸ਼ਰ ਨੂੰ ਦੇਖਦੇ ਹਨ। ਭਾਵੇਂ 16ਵੀਂ ਪੌੜੀ ਵਿੱਚ ਭਾਈ ਸਾਹਿਬ ਜੀ ਇਹੀ ਦ੍ਰਿਸ਼ਟਾਂਤ ਦਿੰਦੇ ਨੇ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ, ਉਹਦੀ ਮਹਾਨ ਮਹਿਮਾ ਹੈ, ਉਹ ਪਤਿਤਾਂ ਨੂੰ ਪਾਵਨ ਕਰਨ ਵਾਲਾ ਅਤੇ ਪਾਪੀਆਂ ਦਾ ਉਧਾਰ ਕਰਨ ਵਾਲਾ। ਉਹ ਸਾਰੇ ਜੀਵਾਂ ਦੇ ਅੰਦਰ ਵਿਆਪਕ ਹੈ ਤੇ ਸਾਰੇ ਜੀਵ ਜਿਹੜੇ ਹਨ ਉਹਦੀ ਟੇਕ ਧਰਦੇ ਨੇ, ਉਹਦਾ ਆਸਰਾ ਲੈਂਦੇ ਨੇ। ਬਸ ਇਸੇ ਤਰ੍ਹਾਂ ਸਾਰੇ ਆਪਣੇ ਦਿਲ ਦੇ ਅੰਦਰ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੀਆਂ ਤਸਵੀਰਾਂ ਬਣਾਉਂਦੇ ਨੇ। ਕੋਈ ਉਹਨੂੰ ਖੁਦਾ ਰੂਪ ਵਿੱਚ ਮੰਨਦਾ ਹੈ, ਕੋਈ ਭਗਵਾਨ ਰੂਪ ਵਿੱਚ, ਕੋਈ ਗੁਰੂ ਰੂਪ ਵਿੱਚ, ਕੋਈ ਪਰਮੇਸ਼ਰ ਰੂਪ ਵਿੱਚ। ਜੋ ਵੀ ਉਹਨੂੰ ਆਪਣੇ ਦਿਲ ਦੇ ਵਿੱਚ ਉਤਾਰਦਾ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਤੇ ਕਰਤਾ ਅਕਾਲ ਪੁਰਖ ਪਰਮੇਸ਼ਰ ਉਹਨੂੰ ਤਾਰ ਦਿੰਦਾ ਹੈ। ਅੱਗੇ ਪਾਵਨ 17ਵੀਂ ਪੌੜੀ ਫਿਰ ਭਾਈ ਸਾਹਿਬ ਜ਼ਿਕਰ ਕਰਦੇ ਨੇ, ਦੀਪਕ ਹੇਤ ਪਤੰਗ ਦਾ ਜਲ ਮੀਨ ਤਰੰਦਾ। ਦੀਪਕ ਦੇ ਨਾਲ ਪਤੰਗੇ ਦਾ ਅਥਾਹ ਪ੍ਰੇਮ ਹੈ ਤੇ ਮੱਛੀ ਦਾ ਜਿਹੜਾ ਹੈ ਉਹ ਪਾਣੀ ਦੇ ਨਾਲ ਅਥਾਹ ਪ੍ਰੇਮ ਹੈ। ਬਾਣੀ ਦੇ ਅੰਦਰ ਸਾਹਿਬ ਜੀ ਮੱਛੀ ਤੇ ਪਾਣੀ ਦੇ ਪ੍ਰੀਤ ਦੀਆਂ ਬੇਅੰਤ ਵਾਰ ਉਦਾਹਰਨਾਂ ਦਿੰਦੇ ਨੇ ਕਿ ਐ ਮੇਰਿਆ ਮਨਾ, ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨਾਲ ਇਸ ਤਰ੍ਹਾਂ ਦੀ ਪ੍ਰੀਤੀ ਕਰ, ਇਸ ਤਰ੍ਹਾਂ ਦਾ ਪ੍ਰੇਮ ਕਰ ਜਿਵੇਂ ਮੱਛੀ ਜਿਹੜੀ ਉਹ ਪਾਣੀ ਦੇ ਨਾਲ ਕਰਦੀ। ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਜਿਵੇਂ ਉਹ ਪਾਣੀ ਤੋਂ ਬਿਨਾਂ ਇੱਕ ਛਿਨ ਵੀ ਨਹੀਂ ਕੱਢਦੀ। ਬੂੰਦ ਵਿਹੂਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ। ਜਿਸ ਤਰ੍ਹਾਂ ਬੰਬੀਹਾ ਸਵਾਂਤੀ ਬੂੰਦ ਬਿਨਾਂ ਨਹੀਂ ਰਹਿ ਪਾਉਂਦਾ, ਉਹ ਜੀਵਨ ਨਹੀਂ ਟਿਕਾ ਪਾਉਂਦਾ, ਕੇਵਲ ਸਵਾਂਤੀ ਬੂੰਦ ਦਾ ਆਸਰਾ ਰੱਖਦਾ ਹੈ। ਨਾਦ ਕੁਰੰਕਹਿ ਬਿਧਿਆ ਸਨਮੁਖ ਉਠ ਧਾਵੈ। ਜਿਸ ਤਰ੍ਹਾਂ ਹਿਰਨ ਜਿਹੜਾ ਹੈ ਉਹ ਨਾਦ, ਸੰਗੀਤ, ਕੰਡੇ ਹੇੜੇ ਦੇ ਸ਼ਬਦ ਅੱਗੇ ਜਾ ਕਰਕੇ ਆਪਾ ਸਮਰਪਣ ਕਰ ਦਿੰਦਾ। ਨਾਦ ਕੁਰੰਕਹਿ ਬਿਧਿਆ ਸਨਮੁਖ ਉਠ ਧਾਵੈ। ਪਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੈ। ਇਸੇ ਤਰ੍ਹਾਂ ਭੌਰਾ ਉਹ ਵਾਸ਼ਨਾ ਦਾ ਲੋਭੀ
ਸਾਰਾ ਦਿਨ ਫੁੱਲ ਦੇ ਵਿੱਚ ਉਹ ਸੁਗੰਧੀ ਲੈ ਕੇ ਸ਼ਾਮ ਨੂੰ ਫੁੱਲ ਦੇ ਅੰਦਰ ਹੀ ਸਮਾ ਜਾਂਦਾ ਹੈ। ਸੋ ਇਸੇ ਆਧਾਰ ਦੇ ਉੱਤੇ ਭਾਈ ਸਾਹਿਬ ਜੀ ਦੀ ਇਹ 17ਵੀਂ ਪੌੜੀ ਹੈ। ਜ਼ਿਕਰ ਕਰਦੇ ਨੇ ਜਿਸ ਤਰ੍ਹਾਂ ਦੀਵੇ ਦੇ ਨਾਲ ਪਤੰਗੇ ਦਾ ਪ੍ਰੇਮ ਹੈ, ਮੱਛੀ ਦਾ ਪਾਣੀ ਦੇ ਨਾਲ ਅਥਾਹ ਪ੍ਰੇਮ ਹੈ, ਮਿਰਗ ਨਾਦ ਵਿਸਮਾਦ ਹੈ, ਪਵਰ ਕਵਲਦ ਬਸੰਦਾ। ਤੇ ਫਿਰ ਮਿਰਗ ਹਿਰਨ ਦਾ ਜਿਹੜਾ ਪ੍ਰੇਮ ਹੈ ਉਸ ਕੰਡੇ ਹੇੜੇ ਦੇ ਨਾਦ ਸ਼ਬਦ ਦੇ ਨਾਲ ਹੈ ਤੇ ਬਿਲਕੁਲ ਵਿਸਮਾਦ ਹੈ। ਕੰਡੇ ਹੇੜੇ ਦੇ ਸ਼ਬਦ ਉੱਤੇ ਮਿਰਗ ਜਿਹੜਾ ਉਹ ਬਿਲਕੁਲ ਮਸਤ ਹੈ। ਉਹਨੂੰ ਇੱਥੋਂ ਤੱਕ ਵੀ ਪਤਾ ਨਹੀਂ ਲੱਗਦਾ ਕਿ ਮੇਰਾ ਸ਼ਿਕਾਰ ਹੋ ਚੱਲਾ, ਮੈਨੂੰ ਮਾਰ ਦਿੱਤਾ ਜਾ ਰਿਹਾ। ਉਹ ਉਸ ਸ਼ਬਦ ਦੇ ਵਿੱਚ ਇੰਨਾ ਆਪਣੀ ਸੁਰਤ ਨੂੰ ਟਿਕਾ ਦਿੰਦਾ ਹੈ। ਉਸ ਤੋਂ ਬਾਅਦ ਕਹਿੰਦੇ ਪਵਰ ਕਵਲ ਵਸੰਦਾ, ਭੌਰਾ ਜਿਹੜਾ ਹੈ ਉਹ ਕਮਲ ਫੁੱਲ 'ਤੇ ਵੱਸਦਾ ਹੈ। ਜਿਵੇਂ ਹੀ ਕਮਲ ਫੁੱਲ ਖਿੜਦਾ ਹੈ, ਭੌਰਾ ਆ ਕੇ ਸੁਗੰਧੀ ਰਸ ਨੂੰ ਮਾਣਦਾ ਹੈ। ਸ਼ਾਮ ਨੂੰ ਸੂਰਜ ਢਲਦਾ ਹੈ, ਕਮਲ ਫੁੱਲ ਜਿਹੜਾ ਉਹ ਬੰਦ ਹੋ ਜਾਂਦਾ ਹੈ ਤੇ ਭੌਰਾ ਉਹਦੇ ਵਿੱਚ ਸਮਾ ਜਾਂਦਾ ਹੈ। ਉਹ ਉੱਡਣ ਦੀ ਕੋਸ਼ਿਸ਼ ਤੱਕ ਨਹੀਂ ਕਰਦਾ, ਉੱਡਣਾ ਤੇ ਬੜੀ ਦੂਰ ਦੀ ਗੱਲ ਹੈ, ਕਿਉਂਕਿ ਉਹਦਾ ਪ੍ਰੇਮ ਹੀ ਇੰਨਾ ਜ਼ਿਆਦਾ ਹੈ। ਫਿਰ ਜ਼ਿਕਰ ਕਰਦੇ ਚੰਦ ਚਕੋਰ ਪ੍ਰੀਤ ਹੈ, ਦੇਖ ਧਿਆਨ ਧਰਨ ਦਾ। ਫਿਰ ਚੰਦਰਮਾ ਦੇ ਨਾਲ ਚਕੋਰ ਦੀ ਪ੍ਰੀਤੀ ਹੈ ਤੇ ਸਾਰੀ ਰਾਤ ਚਕੋਰ ਜਿਹੜੀ ਉਹ ਚੰਦ ਨੂੰ ਦੇਖਦੀ ਹੈ ਤੇ ਉਹਦਾ ਧਿਆਨ ਕਰਦੀ। ਇੱਥੋਂ ਤੱਕ ਵੀ ਦੇਖਦੇ ਸੁਣਦੇ ਪੜ੍ਹਦੇ ਹਾਂ ਕਿ ਜਿਵੇਂ ਜਿਵੇਂ ਚੰਦਰਮਾ ਜਿਹੜਾ ਉਹ ਰਾਤ ਨੂੰ ਘੁੰਮਦਾ ਹੈ, ਤਿਵੇਂ ਤਿਵੇਂ ਚਕੋਰ ਆਪਣੇ ਪੈਰਾਂ ਨੂੰ ਘੁਮਾਉਂਦੀ ਹੈ। ਉਹ ਆਪਣੇ ਮਾਫ ਕਰਨਾ ਆਪਣੇ ਧੌਣ ਨੂੰ ਘੁਮਾਉਂਦੀ ਹੈ। ਪੈਰ ਉਸੇ ਜਗ੍ਹਾ 'ਤੇ ਉੱਤੇ ਟਿਕੇ ਹੋਏ ਹਨ। ਇੰਨਾ ਕੁ ਆਪਣੇ ਆਪ ਨੂੰ, ਆਪਣੇ ਚਿਹਰੇ ਨੂੰ ਕਹਿ ਦੇਵਾਂ, ਆਪਣੀ ਧੌਣ ਨੂੰ, ਆਪਣੇ ਮੁਖ ਨੂੰ ਇੰਨਾ ਕੁ ਘੁਮਾਉਂਦੀ ਹੈ ਉਹ ਚਕੋਰ ਕਿ ਉਹ ਪੈਰ ਨਾ ਹਿਲਾਉਣ ਕਰਕੇ ਜਦੋਂ ਚੰਦਰਮਾ ਜਿਹੜਾ ਘੁੰਮਦਾ ਘੁੰਮਦਾ ਬਿਲਕੁਲ ਬੈਕ ਸਾਈਡ 'ਤੇ ਆਉਂਦਾ ਹੈ ਤੇ ਇੰਨਾ ਕੁ ਜ਼ਿਆਦਾ ਆਪਣੇ ਗਰਦਨ ਨੂੰ ਘੁਮਾ ਲੈਂਦੀ, ਕਈ ਵਾਰ ਉਹਦੀ ਗਰਦਨ ਵੀ ਟੁੱਟਦੀ ਤੇ ਕਈ ਵਾਰ ਉਹ ਜ਼ਮੀਨ ਦੇ ਉੱਤੇ ਬੇਹੋਸ਼ ਹੋ ਕੇ ਡਿੱਗ ਵੀ ਪੈਂਦੀ ਹੈ। ਸੋ ਖੈਰ, ਜਿਸ ਤਰ੍ਹਾਂ ਉਸ ਚਕੋਰ ਦੀ ਪ੍ਰੀਤ ਉਸ ਚੰਦ ਦੇ ਨਾਲ ਹੈ, ਫਿਰ ਅੱਗੇ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਚਕਵੀ ਸੂਰਜ ਹੇਤ ਹੈ ਸੰਜੋਗ ਬਣਦਾ। ਤੇ ਜਿਸ ਤਰ੍ਹਾਂ ਚਕਵੀ ਦਾ ਸੂਰਜ ਦੇ ਨਾਲ ਇੱਕ ਹੇਤ ਹੈ, ਇੱਕ ਪ੍ਰੇਮ ਹੈ, ਪਰ ਉਹ ਪ੍ਰੇਮ ਕਿਸ ਕਾਰਨ ਕਰਕੇ ਹੈ? ਕਿਉਂਕਿ ਜਿਵੇਂ ਹੀ ਸੂਰਜ ਚੜ੍ਹਦਾ ਹੈ ਸੰਜੋਗ ਬਣਨ ਦਾ, ਉਹਨਾਂ ਦਾ ਆਪਸ ਵਿੱਚ ਸੰਜੋਗ ਬਣਦਾ ਹੈ। ਕਿਉਂਕਿ ਜੋ ਪੁਰਾਤਨ ਜੋ ਗ੍ਰੰਥਾਂ ਦੇ ਵਿੱਚ ਘਟਨਾ ਲਿਖੀ ਹੈ ਕਿ ਜਿਸ ਵਕਤ ਸ਼੍ਰੀ ਰਾਮ ਜੀ ਸੀਤਾ ਦੇ ਨਾਲੋਂ ਵਿਛੜਦੇ ਨੇ ਤਾਂ ਜੰਗਲ ਦੇ ਵਿੱਚ ਸ਼੍ਰੀ ਰਾਮ ਚੰਦਰ ਸੀਤਾ ਨੂੰ ਲੱਭਦਿਆਂ ਜਦੋਂ ਭਟਕਣਾ ਦੇ ਵਿੱਚ ਨੇ, ਚਕਵੀ ਤੇ ਚਕਵਾ ਇਹ ਦੋ ਪੰਛੀ ਇੱਕ ਰੁੱਖ ਦੀ ਟਾਹਣੀ 'ਤੇ ਬੈਠੇ ਨੇ। ਇਹਨਾਂ ਨੂੰ ਦੇਖ ਕਰਕੇ ਜਦੋਂ ਇਹਨਾਂ ਦੇ ਵੱਲ ਇਹਨਾਂ ਨੂੰ ਮਿਲਦੇ, ਇਹਨਾਂ ਨੂੰ ਇੱਕੋ ਥਾਂ 'ਤੇ ਪਿਆਰ ਵਿੱਚ ਬੈਠੇ ਦੇਖਿਆ ਤੇ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ ਕਿ ਇਹਨਾਂ ਨੇ ਰਾਮ ਜੀ ਨੂੰ ਭਟਕਦੇ ਜਦੋਂ ਦੇਖਿਆ, ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਜਦੋਂ ਅੱਖਾਂ ਦੀ ਸਾਂਝ ਪਈ, ਵਾਰਤਾਲਾਪ ਹੋਈ ਤੇ ਰਾਮ ਜੀ ਨੇ ਸ਼ਬਦ ਕਿਹਾ, ਮੈਂ ਭਟਕ ਰਿਹਾ ਹਾਂ ਤੇ ਤੁਸੀਂ ਇਸ ਤਰ੍ਹਾਂ ਮਿਲ ਕੇ ਬੈਠੇ ਹੋ, ਯਾਦ ਰੱਖਿਓ ਕਦੀ ਰਾਤ ਨੂੰ ਰਹਿੰਦੀ ਦੁਨੀਆ ਤੱਕ ਤੁਹਾਡਾ ਵੀ ਮਿਲਾਪ ਨਹੀਂ ਹੋ ਸਕੇਗਾ। ਸੋ ਇਸ ਗੱਲ ਨੂੰ ਭਗਤ ਕਬੀਰ ਜੀ ਬਾਣੀ ਅੰਦਰ ਇੰਜ ਕੋਟ ਕਰਦੇ, ਕਬੀਰ ਚੱਕਈ ਜੋ ਨਿਸ ਵਿਛੁਰੈ, ਆਏ ਮਿਲੈ ਪ੍ਰਭਾਤ, ਜੋ ਨਰ ਵਿਛੁਰੇ ਰਾਮ ਸਿਉ, ਨਾ ਦਿਨ ਮਿਲੈ ਨਾ ਰਾਤ। ਕਿ ਜਿਵੇਂ ਹੀ ਰਾਤ ਪੈਂਦੀ, ਸ਼ਾਮ ਦਾ ਸਮਾਂ ਹੁੰਦਾ ਹੈ, ਚਕਵੀ ਤੇ ਚਕਵਾ ਵਿਛੜ ਜਾਂਦੇ ਨੇ ਇੱਕ ਦੂਜੇ ਨਾਲੋਂ। ਜਿਵੇਂ ਹੀ ਸੂਰਜ ਦੀ ਪਹਿਲੀ ਕਿਰਨ ਚੜ੍ਹਦੀ, ਉਹਨਾਂ ਦਾ ਇੱਕ ਦੂਜੇ ਨਾਲ ਮਿਲਾਪ ਹੋ ਜਾਂਦਾ ਹੈ। ਸਾਰੀ ਰਾਤ ਜੇ ਉਹ ਜੰਗਲ ਦੇ ਵਿੱਚ ਨੇ ਤਾਂ ਇੱਕ ਇੱਧਰੋਂ ਆਵਾਜ਼ਾਂ ਦੇਵੇਗਾ, ਦੂਜਾ ਦੂਸਰੇ ਪਾਸਿਓਂ। ਜੇ ਕਿਸੇ ਨਦੀ ਦਾ ਕਿਨਾਰਾ, ਇੱਕ ਇੱਧਰਲੇ ਕਿਨਾਰੇ ਤੋਂ ਆਵਾਜ਼ਾਂ ਦੇਈ ਜਾਊ, ਦੂਸਰਾ ਦੂਸਰੇ ਕਿਨਾਰੇ ਤੋਂ, ਉਹ ਉੱਡ ਕੇ ਇੱਧਰ ਆਏਗਾ ਆਵਾਜ਼ ਸੁਣ ਕੇ, ਇਹ ਆਵਾਜ਼ ਸੁਣ ਕੇ ਉੱਧਰ ਚਲੇ ਜਾਏਗਾ। ਇੱਥੇ ਨਰ ਤੇ ਮਾਦਾ ਦੀ ਗੱਲ ਕਰਾਂ ਤੇ ਇੱਕ ਪਾਸਿਓਂ ਆਵਾਜ਼ ਜਾਏਗੀ, ਦੂਜਾ ਉਸ ਆਵਾਜ਼ ਨੂੰ ਸੁਣ ਕੇ ਇੱਧਰ ਆਉਂਦਾ, ਉਹਦੀ ਆਵਾਜ਼ ਉੱਧਰਲੇ ਕਿਨਾਰੇ 'ਤੇ ਹੈ ਤੇ ਇੱਧਰ ਵਾਲਾ ਪੰਛੀ ਜਿਹੜਾ ਉਹ ਆਵਾਜ਼ ਨੂੰ ਸੁਣ ਕੇ ਉੱਧਰ ਚਲੇ ਜਾਂਦਾ ਹੈ। ਸਾਰੀ ਰਾਤ ਇੰਜ ਹੀ ਹੁੰਦਾ ਹੈ, ਮਿਲਾਪ ਨਹੀਂ ਹੁੰਦਾ। ਸਵੇਰ ਹੁੰਦੀ ਤੇ ਇਹਨਾਂ ਦਾ ਮਿਲਾਪ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਸੂਰਜ ਦੇ ਨਾਲ ਬੜਾ ਅਥਾਹ ਪ੍ਰੇਮ ਇਸ ਲਈ ਕਰਦੇ ਨੇ ਕਿ ਜਦੋਂ ਸੂਰਜ ਚੜ੍ਹਦਾ ਤਾਂ ਇਹਨਾਂ ਦਾ ਸੰਜੋਗ ਹੁੰਦਾ ਹੈ, ਇਹਨਾਂ ਦਾ ਮਿਲਾਪ ਹੁੰਦਾ ਹੈ। ਇਸ ਕਰਕੇ ਭਾਈ ਸਾਹਿਬ ਕਹਿੰਦੇ ਚਕਵੀ ਸੂਰਜ ਦੇ ਨਾਲ ਬੜਾ ਪ੍ਰੇਮ ਕਰਦੀ ਹੈ। ਨਾਰ ਪਤਾਰ ਪਿਆਰ ਹੈ, ਮਾਂ ਪੁੱਤ ਮਿਲੰਦਾ। ਤੇ ਇਸਤਰੀ ਨੂੰ, ਸੁਹਾਗਣ ਨੂੰ ਜਿਸ ਤਰ੍ਹਾਂ ਆਪਣੇ ਪਤੀ ਦੇ ਨਾਲ ਬਹੁਤ ਅਥਾਹ ਪਿਆਰ ਹੈ, ਦਿਨ ਰਾਤ ਉਹਦੀ ਉਡੀਕ ਦੇ ਵਿੱਚ ਹੈ। ਬਿਰਹਨੀ ਪਤਾਰ ਜੈਸੇ ਸਗਨ ਲਗਨ ਸੁਧ ਹੈ।
ਸੋ ਇਸ ਤਰ੍ਹਾਂ ਬਿਰਹਨੀ ਜਿਹੜੀ ਹੈ ਜੋ ਆਪਣੇ ਪਤੀ ਦੇ ਵਿਛੋੜੇ ਦੇ ਅੰਦਰ ਹੈ, ਸਗਨ ਲਗਨ ਸੁਧ ਹੈ, ਜੌਲੋ ਨਾ ਪਤਾਰ ਭੇਟੈ ਤੌਲਾ ਔਕੁਲਾਤ ਹੈ। ਸੋ ਇਸ ਤਰ੍ਹਾਂ ਜਿੰਨਾ ਚਿਰ ਪਤੀ ਘਰ ਦੇ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਉਹ ਤਰੀਕਾਂ ਗਿਣਦੀ ਹੈ, ਸ਼ਗਨ ਲਗਨ ਸੋਧਦੀ ਹੈ। ਸੋ ਇਸ ਤਰ੍ਹਾਂ ਮਾਂ ਪੁੱਤ ਮਿਲਣ ਦਾ ਤੇ ਮਾਂ ਨੂੰ ਜਿਸ ਤਰ੍ਹਾਂ ਪੁੱਤਰ ਦੇ ਮਿਲਾਪ ਦਾ ਅਥਾਹ ਪ੍ਰੇਮ ਹੈ, ਪੁੱਤ ਪ੍ਰਦੇਸ਼ ਵਿੱਚ ਹੋਵੇ, ਦੁਨੀਆ ਵਿੱਚ ਕਿਤੇ ਹੋਵੇ, ਦਿਨ ਰਾਤ ਉਹਦੀਆਂ ਰਾਹਾਂ ਤੱਕਦੀ, ਉਹਦੀਆਂ ਉਡੀਕਾਂ ਕਰਦੀ ਹੈ। ਸੋ ਇਸ ਤਰ੍ਹਾਂ ਮਾਂ ਨੂੰ ਪੁੱਤਰ ਦੇ ਮਿਲਣ ਦਾ ਜਿਸ ਤਰ੍ਹਾਂ ਬੜਾ ਹਿਤ ਹੁੰਦਾ ਹੈ, ਆਪੇ ਆਪ ਵਰਤਦਾ ਗੁਰਮੁਖ ਪਰਚੰਦਾ। ਪੌੜੀ ਦੀ ਸੰਪੂਰਨਤਾ ਕਰਦਿਆਂ ਭਾਈ ਸਾਹਿਬ ਜੀ ਕਹਿੰਦੇ ਨੇ, ਜਿਵੇਂ ਦੀਵੇ ਦੇ ਨਾਲ ਪਤੰਗੇ ਦਾ, ਪਾਣੀ ਦੇ ਨਾਲ ਮੱਛੀ ਦਾ, ਕੰਡੇ ਹੇੜੇ ਦੇ ਸ਼ਬਦ ਨਾਲ ਮਿਰਗ ਦਾ, ਤੇ ਭੌਰੇ ਦਾ ਕਮਲ ਫੁੱਲ ਦੇ ਨਾਲ, ਚੰਦ ਦੇ ਨਾਲ ਚਕੋਰ ਦਾ, ਤੇ ਚਕਵੀ ਤੇ ਚਕਵੇ ਦਾ ਆਪਸ ਵਿੱਚ, ਅਤੇ ਸੂਰਜ ਦੇ ਨਾਲ, ਇਸਤਰੀ ਦਾ ਪਤੀ ਨਾਲ, ਤੇ ਮਾਂ ਦਾ ਪੁੱਤ ਦੇ ਨਾਲ ਪ੍ਰੇਮ ਹੈ। ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹਨ ਉਹ ਇਸ ਪ੍ਰੇਮ ਦੇ ਵਿੱਚ ਇਸ ਤਰ੍ਹਾਂ ਵਰਤਦੇ ਨੇ, ਉਹਨਾਂ ਦੇ ਅੰਦਰ ਗੁਰੂ ਕਾ ਪ੍ਰੇਮ ਇਸ ਤਰ੍ਹਾਂ ਵਰਤਦਾ ਹੈ ਕਿ ਗੁਰਮੁਖ ਉਹਦੇ ਪ੍ਰੇਮ ਕਰਤੇ ਅਕਾਲ ਪੁਰਖ ਦੀ ਪ੍ਰੀਤੀ ਦੇ ਵਿੱਚ ਪਰਚਦਾ ਹੈ। ਦਿਨ ਰਾਤ ਉਹਦੇ ਪਿਆਰ ਦੇ ਵਿੱਚ ਉਹ ਪਰਚਿਆ ਰਹਿੰਦਾ ਹੈ, ਉਹਨੂੰ ਹੋਰ ਕੁਛ ਸੁਝਦਾ ਹੀ ਨਹੀਂ, ਕਿਛ ਨਾ ਬੁੱਝੈ ਕਿਛ ਨਾ ਦਿਸੈ ਕਿਛ ਨਾ ਸੁਝੈ। ਸੋ ਇਸ ਤਰ੍ਹਾਂ ਉਹਨੂੰ ਕੁਛ ਬੁੱਝਦਾ ਸੁਝਦਾ ਨਹੀਂ, ਉਹ ਕੇਵਲ ਗੁਰੂ ਕੇ ਦਰਸ਼ਨਾਂ ਦੀ ਤਾਂਘ ਰੱਖਦਾ ਹੈ ਅੰਦਰ। ਸੋ ਇਸ ਤਰ੍ਹਾਂ 17ਵੀਂ ਪੌੜੀ ਵਿੱਚ ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਲ ਪ੍ਰੇਮ ਕਰਦੇ, ਅਕਾਲ ਪੁਰਖ ਦੀ ਪ੍ਰੀਤੀ ਕਰਦੇ ਨੇ, ਉਹਨਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ। ਹੁਣ 18ਵੀਂ ਪੌੜੀ ਵਿੱਚ ਫਿਰ ਦ੍ਰਿਸ਼ਟਾਂਤ ਦਿੰਦੇ ਨੇ, ਕਰਤਾ ਅਕਾਲ ਪੁਰਖ ਪਰਮੇਸ਼ਰ ਸਾਰੀਆਂ ਥਾਵਾਂ ਦੇ ਉੱਤੇ ਕਣ ਕਣ ਦੇ ਅੰਦਰ ਰਮਿਆ, ਤੇ ਸਾਡੇ ਇਸ ਮੁਬਾਰਕ ਸਰੀਰ ਵਿੱਚ ਕਿਵੇਂ ਕਿਵੇਂ ਰਮਿਆ ਹੈ। ਜ਼ਿਕਰ ਕਰਦੇ, ਅੱਖੀਂ ਅੰਦਰ ਦੇਖਦਾ ਸਭ ਚੋਜ ਵਿਡਾਣਾ। ਪਰਮੇਸ਼ਰ ਇਹਨਾਂ ਅੱਖਾਂ ਦੇ ਵਿੱਚ ਬਹਿ ਕੇ ਆ ਸਾਰੇ ਚੋਜ ਕੌਤਕ ਜੋ ਦੁਨੀਆ ਦੇ ਵਿੱਚ ਹੋ ਰਿਹਾ ਇਹਨਾਂ ਨੂੰ ਆਪ ਦੇਖ ਰਿਹਾ। ਕਿਉਂਕਿ ਕਈ ਦਫਾ ਸ਼ਬਦ ਕਹਿੰਦੇ ਨੇ ਡਾਕਟਰ ਕਿ ਅੱਖਾਂ ਦੀ ਜੋਤ ਕੰਮ ਨਹੀਂ ਕਰਦੀ, ਅੱਖਾਂ ਬਿਲਕੁਲ ਠੀਕ ਨੇ। ਭਾਵ ਇਹ ਹੈ ਜੋਤ ਹੈ ਤਾਂ ਅੱਖਾਂ ਨੂੰ ਦਿਸਦਾ, ਜੇ ਜੋਤ ਕੰਮ ਨਹੀਂ ਕਰ ਰਹੀ, ਮਗਰ ਲਾਈਟ ਪ੍ਰਕਾਸ਼ ਨਹੀਂ ਆ ਰਿਹਾ, ਤੇ ਸਹੀ ਹੁੰਦੀਆਂ ਅੱਖਾਂ ਵੀ ਦੇਖ ਨਹੀਂ ਪਾਉਂਦੀਆਂ। ਉਹ ਜੋਤ ਕੀ ਹੈ? ਤਾਂ ਭਾਈ ਸਾਹਿਬ ਜੀ ਕਹਿੰਦੇ, ਅੱਖੀਂ ਅੰਦਰ ਵੇਖਦਾ ਸਭ ਚੋਜ ਵਿਡਾਣਾ। ਉਹ ਸਾਰੇ ਚੋਜਾਂ ਨੂੰ ਆਪ ਇਹਨਾਂ ਮਾਸ ਦੀਆਂ ਪੁਤਲੀਆਂ ਵਿੱਚ ਬਹਿ ਕੇ ਦੇਖ ਰਿਹਾ। ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਉਹ ਕੰਨਾਂ ਦੇ ਵਿੱਚ ਵੀ ਚੌਂਕੜੇ ਮਾਰ ਕੇ ਬੈਠਾ ਹੈ ਆਤਮਾ ਰੂਪ ਹੋ ਕਰਕੇ, ਤੇ ਕੱਲਾ ਕੱਲਾ ਬੋਲ ਇਸ ਸੰਸਾਰ ਦਾ ਸੁਣਦਾ ਹੈ, ਤੇ ਆਖਾਣ ਵਖਾਣਾ ਕਹੇ ਹੋਏ ਬਚਨਾਂ ਨੂੰ ਅਤੇ ਲੋਕਾਂ ਦੁਆਰਾ ਕਹੇ ਹੋਏ ਬਚਨਾਂ ਨੂੰ, ਆਖਾਣ ਵਖਾਣਾ ਜੋ ਵਖਿਆਣ ਕੀਤਾ ਗਿਆ ਅਤੇ ਜੋ ਦੂਸਰੇ ਵੱਲੋਂ ਕਿਹਾ ਗਿਆ। ਭਾਵ ਜਦੋਂ ਆਪਾਂ ਬੋਲਦੇ ਹਾਂ ਆਪਾਂ ਨੂੰ ਆਪਣੇ ਵਖਿਆਣ ਕੀਤੇ ਹੋਏ ਸ਼ਬਦ ਵੀ ਸੁਣਦੇ ਨੇ, ਤੇ ਜਦੋਂ ਕੋਈ ਦੂਸਰਾ ਬੋਲਦਾ ਹੈ ਉਹਦੇ ਕਹੇ ਹੋਏ ਸ਼ਬਦ ਵੀ ਜਿਹੜੇ ਸਾਨੂੰ ਸੁਣਦੇ ਹਨ। ਸੋ ਇਸ ਤਰ੍ਹਾਂ ਪਰਮੇਸ਼ਰ ਇਹਨਾਂ ਕੰਨਾਂ ਦੇ ਵਿੱਚ ਬਹਿ ਕਰਕੇ ਸਾਰਾ ਕੁਝ ਸੁਣਦਾ ਹੈ। ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ। ਤੁਹਾਡੇ ਅੰਦਰ ਪਰਮੇਸ਼ਰ ਬੈਠਾ ਹੈ, ਤੁਹਾਨੂੰ ਸੰਸਾਰ ਤੇ ਤਾਂ ਭੇਜਿਆ ਹੈ ਤੁਸੀਂ ਉਸ ਸੱਚੇ ਦੀ ਆਵਾਜ਼ ਨੂੰ ਸੁਣ ਸਕੋ। ਤੀਸਰਾ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਕਹਿੰਦੇ, ਜੀਭੈ ਅੰਦਰ ਬੋਲਦਾ ਬਹੁ ਸਾਧ ਲੁਭਾਣਾ। ਇਸ ਜ਼ੁਬਾਨ ਦੇ ਵਿੱਚ ਬੈਠਾ ਬੋਲਦਾ ਹੈ। ਜੇ ਜ਼ੁਬਾਨ ਹਿੱਲਦੀ ਹੈ ਤੇ ਉਹ ਸਤਿਆ ਦੇ ਰਿਹਾ, ਬੋਲ ਰਿਹਾ। ਨਹੀਂ ਤੇ ਮਾਫ ਕਰਿਓ, ਜੋ ਸੰਸਾਰ ਤੇ ਗੂੰਗਾ ਮਨੁੱਖ ਹੈ, ਜੋ ਬੋਲ ਨਹੀਂ ਸਕਦਾ, ਜ਼ਬਾਨ ਤੇ ਉਹਦੇ ਕੋਲ ਵੀ ਹੈ, ਹਿੱਲਦੀ ਹੈ ਉਹਦੀ ਜ਼ਬਾਨ ਵੀ, ਮੂੰਹ ਉਹਦਾ ਵੀ ਖੁੱਲ੍ਹਦਾ ਹੈ, ਪਰ ਨਹੀਂ, ਉਹਦੇ ਕੋਲ ਆਵਾਜ਼ ਨਹੀਂ ਉਹਨੇ ਪਰਮੇਸ਼ਰ ਨੇ ਦਿੱਤੀ। ਸੋ ਇਸ ਜ਼ੁਬਾਨ ਦੇ ਅੰਦਰ ਬਹਿ ਕਰਕੇ ਚੌਂਕੜਾ ਮਾਰ ਕੇ ਬੋਲਦਾ ਹੈ, ਤੇ ਫਿਰ ਇਹ ਜ਼ੁਬਾਨ ਸਾਰੇ ਸਵਾਦਾਂ ਨੂੰ ਲੁਭਾਏਮਾਨ ਹੋ ਕੇ ਦੱਸਦੀ ਹੈ। ਹੁਣ ਹੈ ਤੇ ਜ਼ੁਬਾਨ ਵੀ ਚਮੜੇ ਦੀ, ਸਾਡਾ ਹੱਥ ਵੀ ਚਮੜੇ ਦਾ ਹੀ ਹੈ, ਪਰ ਤੁਸੀਂ ਜਦੋਂ ਕਿਸੇ ਚੀਜ਼ ਦਾ ਸਵਾਦ ਰਸ ਚੱਖਦੇ ਹੋ, ਆਪਣੇ ਹੱਥ ਦੀ ਤਲੀ ਉੱਤੇ ਰੱਖ ਲਓ ਸਬਜ਼ੀ, ਤੇ ਨਹੀਂ ਪਤਾ ਲੱਗੇਗਾ ਇਹਦੇ 'ਚ ਲੂਣ ਘੱਟ ਹੈ ਕਿ ਮਿਰਚ ਘੱਟ ਹੈ। ਉਹਨੂੰ ਜਦੋਂ ਇੱਕ ਬੂੰਦ ਕਿਤੇ ਜ਼ੁਬਾਨ 'ਤੇ ਰੱਖੋ, ਬੰਦਾ ਉਸੇ ਵੇਲੇ ਕਹਿ ਦਿੰਦਾ ਜੀ ਇਹਦੇ 'ਚ ਲੂਣ ਘੱਟ ਹੈ, ਫਲਾਣੀ ਚੀਜ਼ ਵੱਧ ਹੈ। ਸੋ ਇਸ ਜ਼ੁਬਾਨ ਦੇ ਅੰਦਰ ਬਹਿ ਕਰਕੇ ਉਹ ਸਾਰੇ ਸਵਾਦ ਜਿਹੜੇ ਲੁਭਿਤ ਹੋ ਕਰਕੇ ਇਹਨਾਂ ਨੂੰ ਮਾਣਦਾ ਹੈ। ਹੱਥੀਂ ਕਿਰਤ ਕਮਾਵੰਦਾ ਪੱਗ ਚੱਲੈ ਸੋ ਜਾਣ। ਇਹਨਾਂ ਹੱਥਾਂ ਦੇ ਨਾਲ ਉਹ ਕਿਰਤ ਕਰ ਰਿਹਾ, ਤੇ ਪੈਰਾਂ ਦੇ ਨਾਲ ਸੋਹਣੀ ਚਾਲ ਜਿਹੜੀ ਹੈ ਉਹ ਸ੍ਰੇਸ਼ਟ ਪਰਮਾਤਮਾ ਆਪ ਚੱਲਦਾ ਹੈ, ਤੁਰਦਾ ਹੈ। ਕਿਉਂਕਿ ਹੱਥ ਜੇ ਕਿਰਤ ਕਰਦੇ ਨੇ,
ਉਹਦੇ ਬਲ ਦੇ ਨਾਲ। ਤੇ ਗੁਰੂ ਕਿਰਪਾ ਕਰੇ ਜੀਵਨ ਦੇ ਅੰਦਰ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕਛ ਭਲਾ ਮਨਾਏ। ਗੁਰਸਿੱਖ ਦਸਾਂ ਨੋਹਾਂ ਦੀ ਸੱਚੀ ਸੁੱਚੀ ਕਿਰਤ ਕਰੇ। ਪਰਮੇਸ਼ਰ ਇਹਨਾਂ ਪੈਰਾਂ 'ਚ ਆਪਣੀ ਜੋਤ ਸੱਤਿਆ ਚੇਤਨ ਸ਼ਕਤੀ ਟਿਕਾ ਕੇ ਆਪ ਇਹਨਾਂ ਪੈਰਾਂ ਦੇ ਰਾਹੀਂ ਫਿਰ ਤੁਰਨਾ ਕਰਦਾ ਹੈ। ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇਸ ਸਰੀਰ ਦੇ ਅੰਦਰ 10 ਇੰਦਰੇ ਨੇ, ਪਰ ਮਨ ਜਿਹੜਾ ਇੱਕ ਹੈ। ਸੋ 10 ਇੰਦਰੇ ਉਸ ਮਨ ਦੇ ਹੁਕਮ ਦੇ ਮੁਤਾਬਕ ਉਹਦੇ ਹੁਕਮ ਨੂੰ ਪ੍ਰਵਾਨ ਕਰਕੇ 10 ਇੰਦਰੀਆਂ ਜਿਹੜੀਆਂ ਨੇ ਉਹ ਚੱਲਦੀਆਂ ਹਨ। ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ। ਤਿਵੇਂ ਆਪ ਹੀ ਆਪ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਇੱਕ ਇੱਕ ਇੰਦਰੇ ਦੇ ਅੰਦਰ ਵਿਆਪਕ ਹੈ। ਤੇ ਜਿਵੇਂ ਸਾਡੇ ਇੰਦਰੀਆਂ 'ਚ ਵਿਆਪਕ ਹੈ, ਉਵੇਂ ਹੀ ਉਹ ਸ੍ਰਿਸ਼ਟੀ ਦੇ ਕਣ ਕਣ ਜਰਰੇ ਜਰਰੇ ਦੇ ਅੰਦਰ ਵਿਆਪਕ ਹੈ। ਤੇ ਗੁਰਮੁਖ ਪਿਆਰੇ ਰੱਬੀ ਪੁਰਖ ਜਿਹੜੇ ਹਨ, ਉਹਦੇ ਇਸ ਸਰੂਪ ਨੂੰ ਤੱਕ ਕੇ ਕਣ ਕਣ ਦੇ ਅੰਦਰ ਵਿਆਪਕ ਦੇਖ ਕਰਕੇ ਉਹਦੇ ਸੁੱਖ ਨੂੰ, ਉਹਦੀਆਂ ਬਖਸ਼ਿਸ਼ਾਂ ਨੂੰ ਮੰਨਦੇ ਹਨ। ਭਾਵ ਇਸ ਪੌੜੀ 'ਚ ਇਹੀ ਹੈ ਕਿ ਜਿਸ ਤਰ੍ਹਾਂ ਮਨ ਜਿਹੜਾ ਹੈ ਸਦੇਹੀ ਦੇ ਅੰਦਰ ਰਹਿੰਦਿਆਂ ਸਾਰੇ ਇੰਦਰੀਆਂ ਤੋਂ ਵੱਖਰੇ ਵੱਖਰੇ ਕੰਮ ਲੈਂਦਾ ਹੈ, ਇਸੇ ਤਰ੍ਹਾਂ ਈਸ਼ਵਰ ਜਿਹੜਾ ਹੈ ਆਪਣੇ ਰਚੇ ਹੋਏ ਸ੍ਰਿਸ਼ਟੀ ਦੇ ਨਿਯਮਾਂ ਦੇ ਮੁਤਾਬਕ ਸਾਰਿਆਂ ਤੋਂ ਵੱਖਰੇ ਵੱਖਰੇ ਕੰਮ ਕਰਵਾ ਰਿਹਾ ਹੈ। ਕਿਸੇ ਜਿਗਿਆਸੂ ਨੂੰ ਕਿਸੇ ਕੰਮ ਲਾਇਆ, ਕੋਈ ਕਿਸੇ ਕੰਮ ਲੱਗਾ ਹੈ, ਕੋਈ ਕਿਸੇ ਕੰਮ ਲੱਗਾ, ਪਰ ਇਹਨਾਂ ਸਾਰਿਆਂ ਦੇ ਪਿੱਛੇ ਜਿਵੇਂ ਮਨ ਦੇ ਇੰਦਰੀਆਂ ਦੇ ਪਿੱਛੇ ਮਨ ਹੈ, ਮਨ ਦੇ ਪਿੱਛੇ ਕੋਈ ਹੋਰ ਸਾਕਸ਼ੀ ਖੜਾ ਹੈ, ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਇਸ ਸਾਰੇ ਦ੍ਰਿਸ਼ਟਮਾਨ ਸੰਸਾਰ ਦੇ ਪਿੱਛੇ ਸਾਕਸ਼ੀ ਹੋ ਕਰਕੇ ਇਹਨੂੰ ਵੇਖ ਰਿਹਾ ਹੈ। 19ਵੀਂ ਪੌੜੀ ਵਿੱਚ ਫਿਰ ਕਿਰਪਾ ਕਰਦੇ ਨੇ, ਪਵਨ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ। ਪਵਨ ਗੁਰੂ ਤੇ ਗੁਰ ਸ਼ਬਦ ਹੈ, ਕਿਉਂਕਿ ਜੋ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਸਿਰਲੇਖ ਹੈ। ਪਰ ਇੱਥੇ ਪਵਨ ਗੁਰੂ ਦਾ ਭਾਵ ਇਹ ਨਹੀਂ, ਜਿਸ ਤਰ੍ਹਾਂ ਕੁਝ ਲੋਕ ਪੌਣ ਨੂੰ ਦੇਵਤਾ ਮੰਨਦੇ ਨੇ ਕਿ ਪੌਣ ਹਵਾ ਨੂੰ ਸਿੱਖ ਆਪਣਾ ਗੁਰੂ ਮੰਨ ਲਏ। ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਰਾਗ ਨਾਦ ਵਿਚਾਰਾ, ਕਿ ਜਿਤਨੇ ਰਾਗ ਨਾਦ ਸੰਗੀਤ ਆਦਿਕ ਪੈਦਾ ਹੁੰਦੇ ਨੇ ਹਵਾ ਦੇ ਦੁਆਰਾ ਨੇ। ਦੇਖੋ ਮੂੰਹ 'ਚੋਂ ਆਵਾਜ਼ ਨਿਕਲਦੀ ਹੈ, ਦੰਦ ਨਾ ਹੋਣ ਹਵਾ ਦਾ ਟਕਰਾਓ ਨਹੀਂ ਬਣਦਾ, ਆਵਾਜ਼ ਸਿੱਧੀ ਨਿਕਲ ਜਾਂਦੀ ਬਜ਼ੁਰਗ ਦੀ, ਆਪਾਂ ਕਹਿੰਦੇ ਇਹਦੇ ਬੋਲ ਨਹੀਂ ਸਮਝ ਆਉਂਦੇ। ਹਵਾ ਦੇ ਟਕਰਾਓ ਦੇ ਨਾਲ ਸਾਡੇ ਬੋਲ ਬਣਦੇ ਨੇ। ਇਸੇ ਤਰ੍ਹਾਂ ਸੰਗੀਤ ਦੀ ਹਵਾ ਦਾ ਟਕਰਾਓ ਹੈ, ਵਾਜੇ ਦੇ ਅੰਦਰ ਸੁਰਾਂ 'ਚ ਵੱਖ-ਵੱਖ ਹਵਾ ਦਾ ਟਕਰਾਓ ਹੈ, ਵੱਖ-ਵੱਖ ਆਵਾਜ਼ਾਂ ਨਿਕਲਦੀਆਂ ਪਈਆਂ। ਸੋ ਇਸ ਲਈ ਭਾਈ ਸਾਹਿਬ ਕਹਿੰਦੇ ਨੇ ਪੌਣ ਜਿਹੜੀ ਹੈ ਫਿਰ ਗੁਰੂ ਸ਼ਬਦ ਹੈ, ਤੇ ਸ਼ਬਦ ਜਿਹੜਾ ਸ਼ਬਦ ਵੀ ਇੱਕ ਨਾਦ ਹੈ। ਇਸ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਦਾ ਜੋ ਨਾਦ ਅਨਹਦ ਨਾਦ ਸ਼ਬਦ ਰੂਪ ਅੰਦਰ, ਉਹ ਸਾਡਾ ਗੁਰੂ ਹੈ। ਮਾਤ ਪਿਤਾ ਜਲ ਧਰਤ ਹੈ ਉਤਪਤ ਸੰਸਾਰਾ। ਫਿਰ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਲੋਕ ਹਰ ਸਿੱਖ ਪੜ੍ਹਦਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਮਾਤ ਪਿਤਾ ਜਲ ਧਰਤ ਹੈ। ਇਹ ਮਾਤਾ ਪਿਤਾ ਇਹ ਧਰਤੀ ਦੀ ਨਿਆਈ ਹਨ। ਮਾਤਾ ਧਰਤੀ ਦੀ ਨਿਆਈ ਹੈ ਤੇ ਪਿਤਾ ਜਲ ਦੀ ਨਿਆਈ ਹੈ। ਇਹਨਾਂ ਤੱਤਾਂ ਤੋਂ ਉਤਪਤ ਸੰਸਾਰਾ, ਸਾਰੀ ਸ੍ਰਿਸ਼ਟੀ ਜਿਹੜੀ ਉਤਪਤ ਹੈ। ਜਿਸ ਤਰ੍ਹਾਂ ਧਰਤੀ 'ਚੋਂ ਸਾਰੀ ਬਨਸਪਤੀ ਇਸ ਧਰਤੀ ਬ੍ਰਹਿਮੰਡ ਦੀ ਉਹ ਧਰਤੀ 'ਚੋਂ ਪੈਦਾ ਹੋ ਰਹੀ ਹੈ। ਹਰ ਇੱਕ ਮਨੁੱਖ ਜਿਹੜਾ ਮਾਂ ਦੇ ਉਦਰ ਤੋਂ ਪੈਦਾ ਹੁੰਦਾ, ਫਿਰ ਪਸ਼ੂ ਪੰਛੀ ਮਾਂ ਦੇ ਉਦਰ ਤੋਂ ਪੈਦਾ ਹੁੰਦੇ ਨੇ। ਸੋ ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਜਿਹੜੀ, ਜਿਵੇਂ ਫਿਰ ਧਰਤੀ ਨੂੰ ਮਾਂ ਤਾਂ ਕਿਹਾ, ਜਿਵੇਂ ਮਾਂ ਬੱਚੇ ਨੂੰ ਆਪਣੀ ਗੋਦ ਵਿੱਚ ਲੈਂਦੀ ਹੈ, ਸਾਰੀ ਸ੍ਰਿਸ਼ਟੀ ਧਰਤੀ ਮਾਂ ਦੀ ਗੋਦ ਵਿੱਚ ਹੈ। ਜਿਸ ਦਿਨ ਆਪਾਂ ਖਤਮ ਹੁੰਦੇ ਹਾਂ, ਮਰਦੇ ਹਾਂ, ਸੰਸਕਾਰ ਵੀ ਹੋ ਜਾਂਦਾ ਹੈ, ਤਾਂ ਸਾਰੀ ਰਾਖ ਜਿਹੜੀ ਉਹ ਧਰਤੀ ਵਿੱਚ ਹੀ ਖਤਮ ਹੋ ਜਾਂਦੀ ਹੈ। ਕਿਸੇ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ, ਕਿਸੇ ਨੂੰ ਦਫਨਾ ਦਿੱਤਾ ਜਾਂਦਾ ਹੈ, ਧਰਤੀ ਵਿੱਚ ਹੀ ਸਮਾਉਂਦੇ ਹਾਂ ਆਖਿਰ। ਸੋ ਉਸ ਤੋਂ ਬਾਅਦ ਜਿਵੇਂ ਮਾਂ ਬੱਚੇ ਦਾ ਮਲ ਤਿਆਗ ਆਪਣੀ ਗੋਦ ਵਿੱਚ ਲੈ ਲੈਂਦੀ ਹੈ, ਸਾਰੀ ਮਨੁੱਖਤਾ ਸਾਰੇ ਲੋਕ ਜਿਹੜੇ ਨੇ ਮਲ ਤਿਆਗ ਜਿਹੜਾ ਹੈ ਸੋ ਇਸ ਧਰਤੀ ਦੇ ਉੱਤੇ ਕਰਦੇ ਹਨ। ਸੋ ਉਹਨੂੰ ਸੰਭਾਲ ਲੈਂਦੀ ਹੈ। ਦਾਈ ਦਾਇਆ ਰਾਤ ਦੇਹੋ ਵਰਤੈ ਵਰਤਾਰਾ। ਤੇ ਜਿਸ ਤਰ੍ਹਾਂ ਦਾਈ ਬੱਚੇ ਨੂੰ ਖਿਡਾਉਂਦੀ ਹੈ, ਸਵਾਉਂਦੀ ਹੈ, ਤੇ ਦਾਇਆ ਜਿਹੜਾ ਹੈ ਉਹ ਬੱਚੇ ਨੂੰ ਨਾਲ ਲੈ ਕੇ ਬਾਹਰ ਘੁਮਾਉਂਦਾ ਫਿਰਾਉਂਦਾ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਦਿਨ ਰੂਪ ਦਾਇਆ ਸਾਨੂੰ ਸਾਰਾ ਦਿਨ ਖਿਡਾਉਂਦਾ ਹੈ, ਕਦੀ ਇੱਧਰ ਕਦੀ ਉੱਧਰ, ਤੇ ਰਾਤ ਰੂਪੀ ਦਾਈ ਜਿਹੜੀ ਹੈ ਉਹ ਆਪਣੀ ਗੋਦ ਵਿੱਚ ਲੈ ਕਰਕੇ ਸਵਾ ਦਿੰਦੀ ਹੈ। ਫਿਰ ਜ਼ਿਕਰ ਕਰਦੇ ਸ਼ਿਵ ਸ਼ਕਤੀ ਕਾ ਖੇਲ ਮੇਲ ਪਰ ਕਿਰਤ ਪਸਾਰਾ। ਇਹ ਸਾਰਾ ਸ਼ਿਵ ਚੇਤਨ ਸ਼ਕਤੀ
ਅਤੇ ਫਿਰ ਸ਼ਕਤੀ ਕਾ ਖੇਲ, ਜੜ ਸ਼ਕਤੀ ਦਾ ਇਹ ਸਾਰਾ ਮੇਲ ਮਿਲ ਕੇ, ਭਾਵ ਇੱਕ ਚੇਤਨ ਜੋ ਸਾਡੇ ਅੰਦਰ ਆਤਮਾ ਹੈ ਤੇ ਜੜ ਸ਼ਕਤੀ ਜੋ ਸਾਡਾ ਸਰੀਰ ਹੈ, ਇਹ ਪਹਿਲਾਂ ਜੜ ਹੈ, ਚੇਤਨ ਦਾ ਮਿਲਾਪ ਇਹਦੇ ਨਾਲ ਹੋਇਆ ਹੈ, ਤਾਂ ਇਹ ਸਾਰੇ ਇਹ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਇਹ ਸਾਰਾ ਪ੍ਰਕਿਰਤੀ ਦਾ ਪਸਾਰਾ ਹੁੰਦਾ ਹੈ। ਜੇ ਕੱਲੀ ਜੜ ਸ਼ਕਤੀ ਹੋਵੇ, ਚੇਤਨ ਨਾ ਹੋਵੇ, ਜੜ ਸਰੀਰ ਕੁਛ ਨਹੀਂ ਕਰੇਗਾ। ਜੇ ਕੱਲੀ ਚੇਤਨ ਸ਼ਕਤੀ ਹੋਵੇ, ਜੜ ਨਾ ਹੋਵੇ, ਤਾਂ ਕੱਲੀ ਚੇਤਨ ਸ਼ਕਤੀ ਕੁਛ ਨਹੀਂ ਕਰੇਗੀ। ਸੋ ਇਸ ਤਰ੍ਹਾਂ ਕਹਿੰਦੇ ਸ਼ਿਵ ਸ਼ਕਤੀ ਕਾ ਜੜ ਤੇ ਚੇਤਨ ਸ਼ਕਤੀ ਦਾ ਮਿਲਾਪ ਕਰਕੇ ਇਹ ਪ੍ਰਕਿਰਤੀ ਦਾ ਪਸਾਰਾ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਘਟ ਚੰਦਰ ਆਕਾਰਾ, ਉਹ ਪਰਿਪੂਰਨ ਪਰਮੇਸ਼ਰ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਰਮਿਆ ਹੈ, ਜਿਸ ਤਰ੍ਹਾਂ ਕਾਫੀ ਸਾਰੇ ਘੜਿਆਂ ਦੇ ਵਿੱਚ ਪਾਣੀ ਭਰ ਕੇ ਅਸਮਾਨ ਥੱਲੇ ਰੱਖੇ ਹੋਣ ਤੇ ਚੰਦਰਮਾ ਦਾ ਪ੍ਰਤੀਬਿੰਬ ਜਿਹੜਾ ਉਹ ਸਾਰੇ ਘਟਿਆਂ ਦੇ ਵਿੱਚ ਘੜਿਆਂ ਦੇ ਅੰਦਰ ਬਿਲਕੁਲ ਬਰਾਬਰ ਬਣਦਾ ਹੈ। ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ। ਸੋ ਇਸ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਆਪ ਹੀ ਆਪ ਸਾਰੇ ਪਾਸੇ ਹੋ ਕਰਕੇ ਵਰਤਦਾ ਹੈ ਤੇ ਗੁਰਮੁਖ ਪਿਆਰੇ ਜਿਹੜੇ ਹਨ ਉਹ ਆਧਾਰ ਰੂਪ ਵਿੱਚ ਵਰਤਦੇ ਪਰਮਾਤਮਾ ਨੂੰ ਤੱਕਦੇ ਨੇ। ਗੁਰਮੁਖਾਂ ਦੇ ਜੀਵਨ ਦਾ ਆਧਾਰ ਉਹ ਪਰਿਪੂਰਨ ਪਰਮੇਸ਼ਰ ਹੈ। ਅੱਗੇ 20ਵੀਂ ਪੌੜੀ ਵਿੱਚ ਜ਼ਿਕਰ ਕਰਦੇ ਨੇ, ਫੁੱਲਾਂ ਅੰਦਰ ਵਾਸ ਹੈ ਹੋਏ ਭਵਰ ਲੋਭਾਣਾ। ਉਹ ਫੁੱਲਾਂ ਦੇ ਅੰਦਰ ਵਾਸ਼ਨਾ ਰੂਪ ਵਿੱਚ ਵੀ ਆਪ ਹੈ ਤੇ ਭੌਰਾ ਬਣ ਕੇ ਜਦੋਂ ਫੁੱਲਾਂ ਦੇ ਉੱਤੇ ਮੰਡਰਾਉਂਦਾ ਹੈ, ਉਹ ਭੌਰਾ ਵੀ ਆਪ ਹੀ ਬਣ ਕੇ ਫੁੱਲਾਂ ਦੇ ਵਿੱਚ ਲੋਭਾਏਮਾਨ, ਸੁਗੰਧੀ 'ਚ ਲੋਭਾਏਮਾਨ ਤੇ ਫੁੱਲ ਦੇ ਅੰਦਰ ਸਮਾਉਂਦਾ ਵੀ ਪਿਆ ਹੈ। ਅੰਬਾਂ ਅੰਦਰ ਰਸ ਧਰੈ ਕੋਇਲ ਰਸ ਮਾਣਾ। ਫਿਰ ਉਹ ਅੰਬਾਂ ਦੇ ਵਿੱਚ ਰਸ ਭਰਦਾ ਹੈ ਤੇ ਜਦੋਂ ਅੰਬਾਂ 'ਚ ਰਸ ਭਰਦਾ ਹੈ ਤਾਂ ਕੋਇਲਾਂ ਆਉਂਦੀਆਂ ਨੇ, ਆ ਕੇ ਉਸ ਅੰਬਾਂ ਦੇ ਰਸ ਨੂੰ ਚੱਖਦੀਆਂ ਨੇ, ਸੋਹਣੇ ਮਿੱਠੇ ਸੁਰੀਲੇ ਗੀਤ ਗਾਉਂਦੀਆਂ ਨੇ। ਉਹਨਾਂ ਕੋਇਲਾਂ ਦੇ ਗੀਤਾਂ ਵਿੱਚ ਆਪ ਰਮਿਆ ਹੈ ਤੇ ਉਸ ਅੰਬਾਂ ਦੇ ਵਿੱਚ ਰਸ ਵੀ ਆਪ ਭਰਦਾ ਹੈ ਤੇ ਆਪੇ ਰਸੀਆ ਆਪ ਰਸ ਆਪੇ ਰਾਵਣਹਾਰ। ਉਸ ਰਸ ਨੂੰ ਮਾਨਣ ਵਾਲਾ, ਭਰਨ ਵਾਲਾ ਤੇ ਰਸ ਰੂਪ ਪਰਮੇਸ਼ਰ ਆਪ ਹੈ। ਮੋਰ ਬੰਬੀਹਾ ਹੋਏ ਕੈ ਘਣ ਵਰਸ ਸਿਆਣਾ। ਫਿਰ ਮੋਰ ਤੇ ਬੰਬੀਹਾ ਇਹ ਦੋਨੋਂ, ਜਿਹਨੂੰ ਬਚਨ ਪੜ੍ਹਦੇ, ਮੋਰ ਬੰਬੀਹੇ ਬੋਲਦੇ ਵੇਖ ਬੱਦਲ ਕਾਲੇ। ਸੋਹਣੀਆਂ ਘਟਾ ਚੜ੍ਹ ਕੇ ਆਉਂਦੀਆਂ, ਮੋਰ ਪਹਿਲਾਂ ਪਾਉਂਦਾ ਹੈ, ਬੰਬੀਹੇ ਦੇ ਅੰਦਰ ਸਵਾਂਤੀ ਬੂੰਦ ਦੀ ਆਸ ਬੱਝਦੀ ਹੈ, ਖੁਸ਼ੀ ਨਾਲ ਨੱਚਦਾ ਹੈ। ਸੋ ਇਸੇ ਤਰ੍ਹਾਂ ਮੋਰ ਦਾ ਰੂਪ ਤੇ ਬੰਬੀਹੇ ਦਾ ਰੂਪ ਧਾਰਨ ਕਰਕੇ ਉਹ ਆਪ ਹੀ ਫਿਰ ਘਣ ਵਰਸ ਸਿਆਣਾ, ਸੋਹਣਾ ਬੱਦਲ ਕਾਲੀਆਂ ਘਟਾ ਰੂਪ ਦੇ ਵਿੱਚ ਹੋ ਕੇ ਆਪ ਹੀ ਵਰਸਦਾ ਹੈ। ਆਪ ਹੀ ਮੋਰ ਤੇ ਬੰਬੀਹੇ ਦਾ ਰੂਪ ਧਾਰਨ ਕਰਕੇ ਖੁਸ਼ੀ ਮਨਾਉਂਦਾ ਹੈ। ਖੀਰ ਨੀਰ ਸੰਜੋਗ ਹੋਏ ਕਲੀ ਕੰਦ ਵਖਾਣਾ। ਫਿਰ ਖੀਰ ਨੀਰ, ਦੁੱਧ ਤੇ ਪਾਣੀ ਦਾ ਜਿਵੇਂ ਸੰਜੋਗ ਹੁੰਦਾ ਹੈ, ਇਹ ਮੇਲ ਜਾਂ ਪਿਆਰ ਹੈ, ਤੇ ਖੰਡ ਤੇ ਖੋਏ ਦਾ ਜਿਵੇਂ ਸੰਜੋਗ ਹੈ, ਤੇ ਕਲਾਕੰਦ ਇਹਨੂੰ ਆਪਸ ਦੇ ਵਿੱਚ ਕਿਹਾ ਜਾਂਦਾ ਹੈ। ਖੰਡ ਤੇ ਖੋਏ ਦਾ ਸੰਜੋਗ ਕਲਾਕੰਦ ਦਾ ਰੂਪ ਜਿਹੜਾ ਹੈ ਸੋ ਧਾਰਨ ਕਰਦਾ ਹੈ। ਇਹਨੂੰ ਬਾਣੀ ਅੰਦਰ ਵੀ ਸਾਹਿਬ ਜੀ ਨੇ ਕਿਹਾ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਵੈ ਦੁੱਧ ਕਉ ਖਪਣ ਨਾਤੇ। ਜਿਸ ਤਰ੍ਹਾਂ ਦੁੱਧ ਤੇ ਪਾਣੀ ਦੀ ਆਪਸ ਵਿੱਚ ਪ੍ਰੀਤ ਹੈ, ਇਸ ਤਰ੍ਹਾਂ ਉਹਦੇ ਨਾਲ ਪ੍ਰੀਤ ਕਰ। ਸੋ ਭਾਈ ਸਾਹਿਬ ਕਹਿੰਦੇ ਉਹ ਦੁੱਧ, ਪਾਣੀ, ਕਲੀ ਕੰਦ ਇਹ ਸਾਰੇ ਰੂਪਾਂ ਦੇ ਅੰਦਰ ਆਪ ਰਮਦਾ ਹੈ। ਓੰਕਾਰ ਆਕਾਰ ਕਰ ਹੋਏ ਪਿੰਡ ਪਰਾਣਾ। ਫਿਰ ਉਹ ਸਾਰੀ ਸ੍ਰਿਸ਼ਟੀ ਦਾ ਆਕਾਰ ਜਿਹੜਾ ਹੈ ਆਪ ਕਰਕੇ ਓੰਕਾਰ ਸਰੂਪ ਰਚ ਕੇ ਦੇਹ ਤੇ ਜਿੰਦ ਹੋ ਜਾਂਦਾ ਹੈ। ਸਾਡੀ ਦੇਹੀ ਵੀ ਉਹਦਾ ਸਰੂਪ ਤੇ ਸਾਡੇ ਅੰਦਰ ਜਿਹੜੀ ਸਾਰਿਆਂ ਦੇ ਜਿੰਦ ਹੈ, ਆਤਮਾ ਹੈ, ਉਹ ਵੀ ਉਹਦਾ ਹੀ ਸਰੂਪ ਹੈ। ਸੋ ਇਸ ਤਰ੍ਹਾਂ ਓੰਕਾਰ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਆਪ ਹੋਏ ਪਿੰਡ ਪਰਾਣਾ, ਇਹ ਆਕਾਰਾਂ ਨੂੰ ਰਚ ਕਰਕੇ ਸਰੀਰ ਤੇ ਆਤਮਾ ਬਣਦਾ ਹੈ। ਆਪੇ ਆਪ ਵਰਤਦਾ ਗੁਰਮੁਖ ਪਰਵਾਣਾ। ਅਖੀਰ ਕਹਿੰਦੇ ਨੇ ਉਹ ਆਪ ਹੀ ਆਪ ਸਾਰੇ ਪਾਸੇ ਵਰਤ ਰਿਹਾ ਤੇ ਗੁਰਮੁਖਾਂ ਨੇ ਇਸ ਗੱਲ ਨੂੰ ਮੰਨਿਆ ਤੇ ਮੰਨ ਕਰਕੇ ਪ੍ਰਵਾਨ ਕੀਤਾ ਹੈ। ਬਾਕੀ ਲੋਕ ਇਸ ਗੱਲ ਨੂੰ ਨਾ ਮੰਨਦੇ ਨਾ ਪ੍ਰਵਾਨ ਕਰਦੇ, ਪਰ ਗੁਰਮੁਖਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਦੀ ਇਹ ਦੂਸਰੀ ਪਾਵਨ ਵਾਰ ਦੀ ਸੰਪੂਰਨਤਾ ਹੋਈ। ਸਾਰੀ ਵਾਰ ਦੇ ਅੰਦਰ ਭਾਈ ਸਾਹਿਬ ਜੀ ਨੇ ਕਰਤੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਦੀ ਸਰਬ ਵਿਆਪਕਤਾ ਦਾ ਜ਼ਿਕਰ ਕੀਤਾ ਤੇ ਇਹੀ ਸਮਝਾਇਆ ਉਹ ਕਰਤਾ ਅਕਾਲ ਪੁਰਖ ਕਣ ਕਣ ਦੇ ਅੰਦਰ ਰਮਿਆ ਹੈ। ਬਸ ਮਨੁੱਖਾਂ ਦੇ ਸਰੀਰਾਂ ਦੀ ਬਣਤਰ ਅਲੱਗ ਹੈ, ਪਸ਼ੂ
ਸਰੀਰਾਂ ਦੀ ਬਣਤਰ ਅਲੱਗ ਹੈ, ਪੰਛੀਆਂ ਦੀ ਬਣਤਰ ਅਲੱਗ, ਪਰ ਸਾਰੀ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ ਅੰਦਰ ਉਹ ਇੱਕ ਸਰੂਪ ਹੋ ਕਰਕੇ ਸਮਾਇਆ ਹੋਇਆ ਹੈ। ਸੋ ਇਸ ਤਰ੍ਹਾਂ ਇਸ ਪਾਵਨ ਰਚਨਾ ਦੀਆਂ 2 ਵਾਰਾਂ ਭਾਈ ਸਾਹਿਬ ਜੀ ਦੀਆਂ ਸੰਪੂਰਨ ਹੋਈਆਂ ਨੇ। ਹੋਈਆਂ ਭੁੱਲਾਂ ਦੀ ਦਾਤਾਰ ਜੀ ਖਿਮਾ ਬਖਸ਼ਣ, ਅਗਾਂਹ ਤੋਂ ਸਮੱਤ ਬਖਸ਼ਣ, ਕਿਰਪਾ ਕਰਨ ਸਤਿਗੁਰੂ। ਇਸ ਮਹਾਨ ਕਾਰਜ ਨੂੰ ਆਪ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਸਾਰੇ ਸੇਵਕਾਂ ਤੋਂ ਆਪ ਇਹ ਕਾਰਜ ਜਿਹੜਾ ਕਰਵਾ ਲੈਣ। ਸੋ ਆਓ ਸਾਹਿਬ ਜੀ ਕਿਰਪਾ ਕਰਨ। ਅਗਲੀਆਂ ਪੌੜੀਆਂ ਆਪਾਂ ਅਗਲੇ ਦੀਵਾਨਾਂ 'ਚ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ। ਓੰਕਾਰ ਅਕਾਰ ਕਰ ਹੋਏ ਪਿੰਡ ਪਰਾਣਾ, ਆਪੇ ਆਪ ਵਰਤਦਾ ਗੁਰਮੁਖ ਪਰਵਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।